ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਇੱਕ ਜ਼ਰੂਰੀ ਸੂਚਨਾ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈ ਕਿ ਗੁਰਦੁਆਰਾ ਸਾਹਿਬ ਸੈਨੋਜ਼ੇ ਵਿਖੇ ਆਤਮਰਸ ਕੀਰਤਨ ਦਰਬਾਰ ਸਜਾਇਆ ਜਾ ਰਿਹਾ 12 ਨਵੰਬਰ ਤੋਂ 14 ਨਵੰਬਰ ਤੱਕ, ਜਿਹੜਾ ਕਿ 12 ਅਤੇ 13 ਜਿਹੜੇ ਫਰਾਈਡੇ ਅਤੇ ਸੈਟਰਡੇ ਨੇ ਸ਼ਾਮ ਨੂੰ 6:30 ਤੋਂ 10 ਵਜੇ ਤੱਕ, ਅਤੇ ਐਤਵਾਰ ਨੂੰ ਜਿਹੜਾ ਹੈ 14 ਨਵੰਬਰ ਨੂੰ ਉਹ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਵਰਲਡ ਦੇ ਪ੍ਰਸਿੱਧ ਰਾਗੀ ਕੀਰਤਨੀਏ ਉੱਥੇ ਪਹੁੰਚ ਰਹੇ ਨੇ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹਮ ਕੇ ਗੁਰੂ ਘਰ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦਰਸ਼ਕੋ, ਬਹੁਤ ਮੁੱਦੇ ਨੇ ਜਿੱਦਾਂ ਤੇ ਆਪਾਂ ਗੱਲ ਕਰ ਸਕਦੇ, ਖਬਰਾਂ ਆਉਂਦੀਆਂ ਖਬਰਾਂ ਜਾਂਦੀਆਂ ਰਹਿੰਦੀਆਂ। ਆਪਾਂ ਗੱਲ ਕਰ ਰਹੇ ਹਾਂ ਕਿ ਕਲਾਈਮੇਟ ਚੇਂਜ ਦੇ ਵਿੱਚ ਜਿੱਦਾਂ ਤੁਸੀਂ ਦੇਖ ਲਓ ਕਿ ਐਸੋਸੀਏਟ ਗਲੋਬਲ ਵਾਰਮਿੰਗ ਅਤੇ ਸਿੰਗਲ ਲਾਰਜੈਸਟ ਰਿਸਕ ਜਿਹੜਾ ਫੇਸਿੰਗ ਹੈ ਆਪਾਂ ਜਿਹੜਾ ਦੁਨੀਆ ਫੇਸ ਕਰ ਰਹੀ ਹੈ ਇਸ ਟਾਈਮ, ਲਾਰਜੈਸਟ ਰਿਸਕ ਇਸ ਟਾਈਮ ਉਹ ਹੈਗਾ ਗਲੋਬਲ ਵਾਰਮਿੰਗ ਦਾ। ਉਹ ਕਿਉਂ ਇਕੱਲਾ ਇਫੈਕਟ ਆਪਣੇ ਇਨਵਾਇਰਮੈਂਟ ਨੂੰ ਕਰ ਹੀ ਰਿਹਾ, ਉਹਦਾ ਆਪਾਂ ਸਿੱਟੇ ਵੀ ਭੁਗਤ ਰਹੇ ਹਾਂ, ਚਾਹੇ ਹੋਰ ਐਗਰੀਕਲਚਰ ਦੇ ਉੱਤੇ ਹੋਵੇ ਜਾਂ ਤੁਸੀਂ ਦੇਖਿਆ ਹੋਣਾ ਡਰਾਊਟ ਜਾਂ ਵਾਈਲਡ ਫਾਇਰਸ ਜਾਂ ਜਿਹੜੀ ਗਰਮੀ ਵੱਧ ਰਹੀ ਹੈ ਉਹਦੇ ਉੱਤੇ ਵੀ ਦੇਖ ਰਹੇ ਹੋਣਾ, ਔਰ ਫਲੱਡਸ ਦੇ ਵੀ। ਇਹ ਸਾਰਾ ਗਲੋਬਲ ਵਾਰਮਿੰਗ ਦੇ ਹੀ ਸਿੱਟੇ ਨੇ। ਅਤੇ ਇਹਦੇ ਵਿੱਚ ਰਿਜ਼ਲਟ ਦੇ ਵਿੱਚ ਤੁਸੀਂ ਦੇਖੋ ਕਿ ਇਹਦੇ ਉੱਤੇ ਆਪਾਂ ਰਿਜ਼ਲਟ ਤਾਂ ਮੈਂ ਤੁਹਾਨੂੰ ਗੁਣਾ ਹੀ ਦਿੱਤੇ, ਕਿ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਆਪਣਾ ਵਰਲਡ ਦੇ ਵਿੱਚ ਜਿੰਨੀਆਂ ਪੜ੍ਹੀਆਂ ਲਿਖੀਆਂ ਡਿਵੈਲਪ ਕੰਟਰੀਜ਼ ਨੇ, ਪੜ੍ਹੇ ਲਿਖੇ ਲੋਕ ਨੇ, ਉਹ ਕਿੱਦਾਂ ਐਕਟ ਕਰਦੇ ਕਿ ਇਹਨੂੰ ਕਿੱਦਾਂ ਕੰਟਰੋਲ ਕਰਨਾ ਚਾਹੀਦਾ। ਇਹਦੇ ਉੱਤੇ 26ਵੀਂ ਜਿਹੜੀ COP ਹੈ, ਕਾਨਫਰੰਸ ਆਫ ਪਾਰਟੀ ਜਿਹੜੀ ਹੈ ਉਹ ਰੱਖੀ ਗਈ ਹੈ ਗਲਾਸਗੋ ਸਕਾਟਲੈਂਡ ਦੇ ਵਿੱਚ, ਉਹ ਚੱਲ ਰਹੀ ਹੈ ਇਸ ਟਾਈਮ। ਅਤੇ ਉਹਦੇ ਵਿੱਚ ਕੀ ਡਿਸਕਸ ਹੋਇਆ, ਟੁਗੈਦਰ ਅਸੀਂ ਕੀ ਕਰ ਸਕਦੇ ਹਾਂ ਜਿੰਨਾ ਗਲੋਬਲ ਵਾਰਮਿੰਗ ਰੋਕੀ ਜਾ ਸਕੇ। ਤੁਸੀਂ ਦੇਖ ਸਕਦੇ ਹੋ ਕਿ ਕਰੀਬ 30,000 ਬੰਦਾ ਇਸ ਕਾਨਫਰੰਸ ਦੇ ਵਿੱਚ ਭਾਗ ਲੈ ਰਿਹਾ ਹੈ। ਤੁਸੀਂ ਵੀ ਦੇਖਿਆ ਹੋਣਾ ਮਾਣਯੋਗ ਪ੍ਰਧਾਨ ਮੰਤਰੀ ਭਾਰਤ ਦੇ ਸ਼੍ਰੀਮਾਨ ਨਰਿੰਦਰ ਮੋਦੀ ਜੀ ਵੀ ਉੱਥੇ ਪਹੁੰਚੇ ਸੀਗੇ ਅਤੇ ਆਪਦੀ ਹਾਜ਼ਰੀ ਲਵਾ ਕੇ ਗਏ ਹੈ। ਅਤੇ ਇਹਨਾਂ ਦੇ ਰਿਜ਼ਲਟ ਡਿਸਕਸ ਪਹਿਲਾਂ ਤਾਂ ਆਪਾਂ ਸਮਝਾਂਗੇ ਕਿ COP ਹੈ ਕੀ ਚੀਜ਼, ਅਤੇ ਬਾਕੀ ਦੀਆਂ ਚੀਜ਼ਾਂ ਦੇ ਰਿਜ਼ਲਟ ਜਾਂ ਕਮਿਊਨਿਟੀ ਕਿੱਦਾਂ ਇਨਵੋਲਵ ਹੋ ਸਕਦੀ, ਨਾ ਸਾਰੀਆਂ ਗੱਲਾਂ 'ਤੇ ਝਾਤ ਪਾਉਣ ਨੂੰ ਆਪਣੇ ਨਾਲ ਮਹਿਮਾਨ ਬਣੇ ਹੋਏ ਨੇ ਡਾਕਟਰ ਇਸ਼ਪਾਲ ਸਿੰਘ ਬਾਜਵਾ, ਉਚੇਚੇ ਤੌਰ ਤੋਂ ਸ਼ਿਕਾਗੋ ਤੋਂ। ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਜੀ ਡਾਕਟਰ ਸਾਹਿਬ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹ ਵਾਟ ਇਜ਼ COP ਹੈ ਕੀ, ਇਜਾਦ 'ਚ ਕਿੱਦਾਂ ਆਈ, ਕਿੱਦਾਂ ਕੰਮ ਕਰਦੀ ਹੈ? ਅਜੇ ਗੁਰਲਾਲ ਜੀ, ਜਿਵੇਂ ਤੁਸੀਂ ਆਪਣੀ ਭੂਮਿਕਾ 'ਚ ਦੱਸਿਆ ਬਈ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਇਸ ਟਾਈਮ ਦੁਨੀਆ ਦਾ ਬਹੁਤ ਭਖਦਾ ਮੁੱਦਾ ਬਣਿਆ ਹੈ। ਔਰ ਇਹ ਜਿਹੜੀ ਤੁਸੀਂ COP26 ਗਲੋਬਲ ਮੀਟਿੰਗ ਦੱਸੀ ਹੈ ਜਿਹੜੀ ਜੀ ਗਲਾਸਗੋ 'ਚ ਹੋ ਰਹੀ ਹੈ, ਇਹਦੇ ਵਿੱਚ ਜਿਹੜੇ ਇਹਨਾਂ ਦੇ ਇਸ ਵਾਰੀ ਪ੍ਰੈਜ਼ੀਡੈਂਟ ਸੀਗੇ ਉਹ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, UK ਦੇ ਨੈਚੁਰਲੀ ਜਿਨ੍ਹਾਂ ਦੀ ਕੰਟਰੀ 'ਚ ਹੋ ਰਹੇ ਉਹ ਸੀ। ਤੇ ਉਹਨਾਂ ਦੀ ਇੱਕ ਜਿਹੜੀ ਉਹਨਾਂ ਨੇ ਓਪਨਿੰਗ ਇਨਾਗੁਰਲ ਸਟੇਟਮੈਂਟ ਦਿੱਤੀ, ਉਹ ਮੈਂ ਤੁਹਾਨੂੰ ਇੰਗਲਿਸ਼ ਵਿੱਚ ਪੜ੍ਹ ਕੇ ਦਿਖਾਉਣੀ ਹੈ ਕਿਉਂਕਿ ਉਹ ਹੈ ਹੀ ਇੰਗਲਿਸ਼ 'ਚ। ਸੋ ਉਹਨਾਂ ਨੇ ਇਹ ਕਿਹਾ, ਸਿਕਿਉਰਿੰਗ ਏ ਬ੍ਰਾਈਟਰ ਫਿਊਚਰ ਫਾਰ ਆਵਰ ਚਿਲਡਰਨ and our future generations requires countries to take urgent action at home and abroad to turn a tide on climate change. It is with this aim, courage and collaboration we approach the crucial COP26 meeting opening in Glasgow, Scotland, UK on October 31st 2021 and ending on November 12th. More than 30,000 people will attend. So ਇਹ ਬੋਰਿਸ ਜੌਨਸਨ ਨੇ ਓਪਨਿੰਗ 'ਚ ਕਿਹਾ, ਔਰ ਇਹ ਇੱਕ ਬਹੁਤ ਬੜੀ ਪਾਵਰਫੁਲ ਸਟੇਟਮੈਂਟ ਹੈ। ਔਰ ਅੱਗੇ ਚੱਲ ਕੇ ਦੱਸਦੇ ਹਾਂ ਕਿ ਯੂਨਾਈਟਿਡ ਕਿੰਗਡਮ ਬਹੁਤ ਵੱਡਾ ਆਲਮੋਸਟ ਨੰਬਰ 1 ਲੀਡਰ ਹੈ ਕਲਾਈਮੇਟ ਕੰਟਰੋਲ 'ਚ ਅੱਜ ਦੇ ਦਿਨ ਤੱਕ। ਜੀ। ਸੋ ਇਹ ਹੁਣ ਜਿਹੜੀ ਆਪਣੀ ਮੀਟਿੰਗ ਹੈ COP26, ਇਹ ਇੱਕ ਹਿਸਟੋਰਿਕ ਮੌਕਾ ਹੈ ਅੱਜ ਦੇ ਦਿਨ 'ਚ ਸਾਨੂੰ, ਵਰਲਡ ਗਵਰਨਮੈਂਟਸ ਨੂੰ, ਲੀਡਰਸ ਨੂੰ, ਬਿਜ਼ਨਸ ਕਮਿਊਨਿਟੀ ਨੂੰ ਇਹਦਾ ਫਾਇਦੇ ਦਾ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ, ਸੋ ਦੈਟ ਅਸੀਂ ਕਲਾਈਮੇਟ ਚੇਂਜ ਨੂੰ ਕੰਟਰੋਲ ਕਰ ਸਕੀਏ। ਤੇ ਵੀ ਕੈਨ ਬਿਲਡ ਏ ਗ੍ਰੀਨ ਵਰਲਡ, ਵੀ ਕੈਨ ਬ੍ਰਿੰਗ ਗੁੱਡ ਜੌਬਸ ਇਨ ਕਲੀਨ ਐਨਰਜੀ, ਬ੍ਰਿੰਗ ਨਿਊ ਇਨਵੈਸਟਮੈਂਟਸ ਇਨ ਨਿਊ ਟੈਕਨੋਲੋਜੀ,
save planet from global warming. ਹੁਣ ਇਹ ਜਿਹੜੀ ਗਲੋਬਲ ਵਾਰਮਿੰਗ ਹੈ ਇਹਦਾ ਮੇਨ ਏਮ ਇਹ ਹੈ ਟੂ ਕੀਪ ਦਾ ਟੈਂਪਰੇਚਰ ਜਿਹੜਾ ਹੈ ਪਲੈਨਟ ਤੇ ਉਹਨੂੰ ਕੰਟੇਨ ਕਰਨਾ ਹੈ। ਉਹਨੂੰ ਅਸੀਂ ਇਹ ਸੋਚਦੇ ਹਾਂ ਵੀ ਅਗਲੇ 90 ਸਾਲਾਂ 'ਚ 2100 'ਚ ਐਟ ਦਾ ਟਰਨ ਆਫ ਦਾ ਸੈਂਚੁਰੀ ਜੇ ਅਸੀਂ 1.5 ਡਿਗਰੀ ਤੇ ਰਹਿ ਜਾਈਏ ਤੇ ਸਾਡੀ ਬਹੁਤ ਅਚੀਵਮੈਂਟ ਹੈ। ਸੋ ਇਸ ਕਰਕੇ ਜਿੰਨੇ ਵੀ ਐਫਰਟਸ ਹੈ ਇਹ ਟੈਂਪਰੇਚਰ ਨੂੰ ਘਟਾਉਣ ਦੇ ਆ। ਜੀ ਬਾਜਵਾ ਸਾਹਿਬ ਨਿੱਕਾ ਜਿਹਾ ਕੁਐਸਚਨ ਹੈ 1.5 ਜਿਹੜੀ ਤੁਸੀਂ ਕਿਹਾ ਹੈ ਸੈਂਟੀਗ੍ਰੇਡ ਡਿਗਰੀ ਜਿਹੜੀ ਹੈ ਵੀ ਉੱਤੇ ਰਹਿ ਜਾਈਏ, ਮਤਲਬ ਜਿਹੜਾ ਇੰਕਰੀਜ਼ ਹੋ ਰਿਹਾ ਆ, ਜਿਹੜੀ ਇੰਕਰੀਜ਼ਮੈਂਟ ਆ ਉਹਦੇ ਉੱਤੇ ਤੁਸੀਂ ਗੱਲ ਕਰ ਰਹੇ ਕਿ 1.5 ਹਾਂ ਇੰਕਰੀਜ਼ ਅਗਰ ਅਸੀਂ ਕੁਛ ਨਾ ਕਰੀਏ ਜੀ ਕਿ ਜਿਹੜਾ ਟੈਂਪਰੇਚਰ ਹੈ ਇਹ 3 ਡਿਗਰੀ ਤੱਕ ਵੀ ਜਾ ਸਕਦਾ ਹੈ, ਜਿਹੜਾ ਆਲਮੋਸਟ ਬਹੁਤ ਹੀ ਖਤਰਨਾਕ ਹੋਏਗਾ। ਜੀ ਜੀ ਸੋ 2 ਤੱਕ ਤਾਂ ਹਾਲੇ ਵੀ ਖਦਸ਼ਾ ਹੈ ਵੀ ਇੰਨਾ ਕੁਛ ਕਰਦੇ ਆ, ਕਿਉਂਕਿ ਨੇਚਰ ਦੇ ਨਾਲ ਜਦੋਂ ਕੰਮ ਕਰੀਦਾ ਹੈ ਕਈ ਵਾਰੀ ਤੁਹਾਡੇ 2+2 4 ਨਹੀਂ ਹੁੰਦੇ, ਸੋ ਉਹ ਚੀਜ਼ਾਂ ਪਛੜ ਜਾਂਦੀਆਂ। ਸੋ ਇਸ ਕਰਕੇ ਪਰ ਇਹਨੂੰ ਸਾਰੀ ਚੀਜ਼ ਨੂੰ ਕਰਨ ਵਾਸਤੇ ਇੱਕ ਬਹੁਤ ਤਕੜੀ ਕਮਿਟਮੈਂਟ ਦੀ ਲੋੜ ਹੈ, ਨਵੀਆਂ ਪਾਲਿਸੀਜ਼ ਬਣਾਉਣ ਦੀ ਲੋੜ ਹੈ ਔਰ ਵਰਲਡ ਗਵਰਨਮੈਂਟ ਨੂੰ ਉਹਦੇ ਪਿੱਛੇ ਪੁਸ਼ ਤੋਂ ਮਤਲਬ ਇਹ ਹੈ ਕਿ ਹਰ ਤਰ੍ਹਾਂ ਦਾ ਜਿਹੜਾ ਰਿਸੋਰਸ ਹੈ ਉਹ ਇਹਦੇ 'ਚ ਜਟਾਉਣਾ ਪਏਗਾ। ਸੋ ਇਹਦੇ ਵਾਸਤੇ ਕੁਝ ਚੀਜ਼ਾਂ ਕਰਨ ਦੀ ਲੋੜ। ਇੱਕ ਤਾਂ ਜਿਹੜੀ ਐਂਡਿੰਗ ਕੋਲ ਪਾਵਰ, ਜਿਹੜੀ ਅਸੀਂ ਕੋਲੇ ਤੋਂ ਪ੍ਰਯੋਗ ਕਰਕੇ એનર્ਜੀ ਬਣਾਉਂਦੇ ਆ, ਆਲਮੋਸਟ ਉਹਨੂੰ ਘੱਟ ਕਰਦਿਆਂ ਉਹਨੂੰ ਐਲੀਮੀਨੇਟ ਹੀ ਕਰਨਾ ਪਏਗਾ। ਨੰਬਰ 2 ਜਿਹੜੇ ਸਾਡੇ ਆ ਗੱਡੀਆਂ, ਆਪਣੇ ਵਾਹਨ, ਟਰਾਂਸਪੋਰਟ, ਟਰੱਕ ਜਿਹੜੇ ਡੀਜ਼ਲ ਤੇ ਪੈਟਰੋਲ ਤੇ ਚੱਲਦੇ ਆ, ਇਹਨਾਂ ਨੂੰ ਵੀ ਹੌਲੀ ਹੌਲੀ ਫੇਜ਼ ਆਊਟ ਕਰਨਾ ਪਏਗਾ। ਔਰ ਜਿਹੜਾ ਸਾਡਾ ਐਗਰੀਕਲਚਰ ਹੈ ਉਹ ਸਾਨੂੰ ਉਹਦੇ ਤਰੀਕੇ ਵੀ ਚੇਂਜ ਕਰਨੇ ਪੈਣਗੇ, ਉਹ ਸਸਟੇਨੇਬਲ ਹੋਵੇ, ਉਹ ਧਰਤੀ ਨੂੰ ਫਾਇਦਾ ਦੇਵੇ, ਨਾ ਕਿ ਜਿਹੜੇ ਅਸੀਂ ਫਰਟੀਲਾਈਜ਼ਰ ਪਾਉਂਦੇ ਆ ਉਹਦੇ ਨਾਲ ਸਾਡਾ ਹੋਰ ਕੰਮ ਖਰਾਬ ਹੋਵੇ। ਇਸ ਤੋਂ ਇਲਾਵਾ ਸਾਨੂੰ ਨਵੇਂ ਰੁੱਖ ਲਾਉਣੇ ਪੈਣਗੇ, ਜਿਹੜੇ ਬਣੇ ਜੰਗਲ ਹੈ ਉਹ ਬਚਾ ਕੇ ਰੱਖਣ ਦੀ ਲੋੜ ਹੈ। ਔਰ ਉਦੋਂ ਅੱਗੇ ਜਿਹੜਾ ਸਾਡਾ ਹਵਾ, ਪਾਣੀ, ਧਰਤੀ ਉਹਨੂੰ ਵੀ ਕਲੀਨ ਰੱਖਣ ਦੀ ਲੋੜ ਹੈ। ਅੱਜ ਇੱਕ ਬੜੀ ਇੰਪੋਰਟੈਂਟ ਨਿਊਜ਼ ਹੋਈ ਹੈ ਸਕਾਟਲੈਂਡ 'ਚ, ਸਾਰੇ ਸਿੱਖਾਂ ਨੂੰ ਉਹ ਬਹੁਤ ਆਪਾਂ ਨੂੰ ਪ੍ਰਭਾਵ ਕਰਦੀ ਹੈ ਔਰ ਸਾਨੂੰ ਬਹੁਤ ਖੁਸ਼ ਹੋਣਾ ਚਾਹੀਦਾ। ਔਰ ਸਾਡੇ ਸਿੱਖ ਸਾਹਿਬਾਨ, ਸਾਡੇ ਗੁਰਦੁਆਰੇ, ਸਾਡੇ ਗੁਰੂ ਨਾਨਕ ਦਾ ਫਲਸਫਾ ਸਭ ਨੂੰ ਬੜੀ ਜ਼ਿਆਦਾ ਵਧਾਈ ਦੇ ਪਾਤਰ ਹਨ, ਕਿਉਂਕਿ 21 ਗੁਰਦੁਆਰਿਆਂ ਨੇ ਕੋਈ ਉਸ ਕਮੇਟੀ 'ਚ ਉੱਥੇ ਉਹਨਾਂ ਦੀ ਕੋਈ ਸੰਸਥਾ ਬਣੀ ਸੀ, ਉਹਨਾਂ ਨੇ ਭਾਗ ਲਿਆ ਔਰ ਉਹਨਾਂ ਨੂੰ ਉੱਥੇ ਮਾਨਤਾ ਮਿਲੀ ਹੈ। ਜੋ ਉਹਨਾਂ ਨੇ ਦੱਸਿਆ, ਉਹਨਾਂ ਨੇ ਇਹ ਦੱਸਿਆ ਵੀ ਅਸੀਂ ਜਿੱਥੋਂ ਆਉਂਦੇ ਆ, ਸਾਡੇ ਟਾਈਮ ਤਾਂ ਅੱਜ ਤੋਂ 550 ਸਾਲ ਪਹਿਲਾਂ ਵੀ ਬਾਬੇ ਨਾਨਕ ਦਾ ਉਹਨਾਂ ਨੇ ਰੈਫਰੈਂਸ ਲੈ ਕੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮੱਤ ਉਹ ਲਾ ਕੇ ਤੇ ਉਹ ਉੱਥੇ ਉਹਨਾਂ ਨੂੰ ਪੂਰੀ ਨਿਊਜ਼ ਹਾਲੇ ਮੈਂ ਨਹੀਂ ਸੁਣੀ, ਪਰ ਉਹ ਲੱਗਦਾ ਹੈ ਕਿ ਉਹਨਾਂ ਨੂੰ ਉਹ ਜਿਹੜੀ ਉੱਥੋਂ ਦੀ ਕੋਈ ਕਮੇਟੀ ਬਣਦੀ ਹੈ ਅੱਗੇ, ਉਹਦੇ ਵਿੱਚ ਵੀ ਇੱਕ ਸਿੱਖ ਨੁਮਾਇੰਦਾ ਉਹਨਾਂ ਗੁਰਦੁਆਰਿਆਂ ਦੀਆਂ ਸੰਸਥਾਵਾਂ ਚੋਂ ਚੁਣਿਆ ਗਿਆ ਹੈ। ਸੋ ਲੇਟੈਸਟ ਨਿਊਜ਼ ਇਹ ਸੀ 2 ਜਾਣੇ ਚੁਣੇ ਜਾਣਗੇ ਜੀ ਅੱਗੇ ਜੀ। ਹਾਂਜੀ, ਸੋ ਇਹਦਾ ਹੁਣ ਜੋ ਕੁਛ ਇਹ ਤੁਹਾਨੂੰ ਦੱਸਿਆ ਇਹਦਾ ਐਂਡ ਰਿਜ਼ਲਟ ਕੀ ਹੋਣਾ ਚਾਹੀਦਾ, ਉਹ ਜਿਹਨੂੰ ਅਸੀਂ ਕਹਿੰਦੇ ਆ ਨੈਟ ਰਿਜ਼ਲਟ, ਜਿਹੜੀਆਂ ਪਾਲਿਸੀਜ਼ ਹੈ ਉਹ ਨੈਟ ਜ਼ੀਰੋ, ਦੈਟ ਇਜ਼ ਮਤਲਬ ਜਿਹੜੀ ਕਾਰਬਨ ਘਟਾਉਣੀ ਹੈ ਨੈਟ ਜ਼ੀਰੋ। ਹੁਣ ਨੈਟ ਜ਼ੀਰੋ ਕੀ ਹੈ? ਇਹਦਾ ਮਤਲਬ ਇਹ ਹੈ ਵੀ ਅਸੀਂ ਘੱਟ ਕਾਰਬਨ ਪੈਦਾ ਕਰੀਏ ਤੇ ਆਪਣੇ ਐਟਮੋਸਫੀਅਰ ਚੋਂ, ਵਾਤਾਵਰਣ ਚੋਂ ਜ਼ਿਆਦਾ ਨੂੰ ਖਾਰਜ ਕਰੀਏ। ਸੋ ਜਿਹੜੀ ਬਣਦੀ ਆ ਉਹ ਘਟੇ ਤੇ ਜਿਹੜੀ ਉੱਥੋਂ ਮਿਟੀਗੇਟ ਜਾਂ ਜਿਹੜੀ ਉਹਦੀ ਮਿਟੀਗੇਸ਼ਨ ਹੈ ਉਹ ਜ਼ਿਆਦਾ ਕੀਤੀ ਜਾਏ। ਸੋ ਉਹਦਾ ਨੈਟ ਰਿਜ਼ਲਟ ਜ਼ੀਰੋ ਹੋ ਜਾਏ। ਜ਼ੀਰੋ ਦਾ ਮਤਲਬ ਅਰਥਮੈਟਿਕ ਜ਼ੀਰੋ ਨਹੀਂ ਹੈ, ਇਹ ਲੋਕਾਂ ਨੂੰ ਇਹਦੀ ਸਮਝ ਆਉਣੀ ਚਾਹੀਦੀ ਹੈ ਵੀ ਅਸੀਂ ਕਾਰਬਨ ਪ੍ਰੋਡਿਊਸ ਘੱਟ ਕਰਾਂਗੇ ਔਰ ਜਿਹੜੀ ਐਟਮੋਸਫੀਅਰ ਚੋਂ ਜਿਹੜੀ ਕੱਢਾਂਗੇ ਜਾਂ ਜਿਹਨੂੰ ਮਿਟੀਗੇਟ ਕਰਾਂਗੇ ਜਾਂ ਜਿਹਨੂੰ ਘਟਾਵਾਂਗੇ ਉਹ ਥੋੜੀ ਉਹਦੇ ਨਾਲੋਂ ਵੱਧ ਹੋਏਗੀ ਜਿਹੜੀ ਐਟਮੋਸਫੀਅਰ ਚੋਂ ਕੱਢ। ਸੋ ਦੈਟ ਇਜ਼ ਕਾਲਡ ਨੈਟ ਜ਼ੀਰੋ। ਹੁਣ ਅੱਗੋਂ ਇਹ ਹੈ ਵੀ ਜਦੋਂ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਤੇ ਬੋਰਿਸ ਜੌਨਸਨ ਨੇ ਉੱਥੇ ਇੱਕ 10 ਪੁਆਇੰਟ ਉਹਨਾਂ ਫਾਰਮੂਲਾ ਵੀ ਦੱਸਿਆ ਆਪਣੀ ਕੰਟਰੀ ਵਾਸਤੇ, ਅਗਰ ਕਿਸੇ ਹੋਰਾਂ ਨੂੰ ਵੀ ਚੰਗਾ ਲੱਗੇ ਤਾਂ ਉੱਥੋਂ ਅਡਾਪਟ ਕਰ ਸਕਦੇ ਆ। ਪਰ ਅਸੀਂ ਹੁਣ ਥੋੜਾ ਜਿਹਾ ਇਹ ਦੱਸਦੇ ਹਾਂ ਵੀ ਯੂਕੇ ਅੱਜ ਤੱਕ ਕੀ ਕਰ ਚੁੱਕਾ, ਜੋ ਉਹਨਾਂ ਨੇ ਦੱਸਿਆ ਵੀ ਯੂਨਾਈਟਿਡ ਕਿੰਗਡਮ ਜਿਹੜਾ ਲੀਡਿੰਗ ਦਾ ਵੇ ਐਟ ਪ੍ਰੈਜ਼ੈਂਟ ਇਨ ਕਲਾਈਮੇਟ ਚੇਂਜ ਐਂਡ ਇਟਸ ਕੰਟਰੋਲ ਫॉर द लास्ट 30 years।
ਇਹਨਾਂ ਨੇ ਜਿਹੜੀ ਆਪਣੀ ਇਕਾਨਮੀ ਹੈ 78% ਇਕਾਨਮੀ ਗਰੋ ਕੀਤੀ ਹੈ, ਔਰ ਉਹਦੇ ਨਾਲ ਇਹਨਾਂ ਨੇ ਕਾਰਬਨ ਐਮਿਸ਼ਨਸ ਨੂੰ 44% ਕੱਟ ਕਰ ਦਿੱਤਾ। 78% ਇਕਾਨਮੀ ਗਰੋ ਕੀਤੀ, 44% ਕਾਰਬਨ ਐਮਿਸ਼ਨ ਘਟਾਏ। ਤੇ ਇੱਥੋਂ ਇਹ ਪ੍ਰੂਵ ਹੁੰਦਾ ਹੈ ਵੀ ਜਿਹੜੀ ਗ੍ਰੀਨ ਗਰੋਥ ਹੈ ਦੈਟ ਇਜ਼ ਫॉर ਰੀਅਲ, ਕਿਉਂਕਿ ਨੌਕਰੀ ਪੇਸ਼ਾ ਵੀ ਇਹਦੇ ਵਿੱਚ ਬਣਦਾ ਹੈ। ਤੇ ਜੋ ਰਿਸੋਰਸਸ ਉਹ ਯੂਜ਼ ਕਰਦੇ ਬਾਜਵਾ ਸਾਹਿਬ, ਮੈਂ ਦੁਬਾਰਾ ਤੁਹਾਨੂੰ ਰੋਕੂੰਗਾ ਇੱਕ ਮਿੰਟ, ਜੋ ਰਿਸੋਰਸਸ ਉਹ ਯੂਜ਼ ਕਰਦੇ ਕਿ ਬਾਕੀ ਕੰਟਰੀਆਂ ਕੋਲ ਉਹ ਹੈ ਨਹੀਂਗੇ? ਨਹੀਂ, ਇਸ ਤਰ੍ਹਾਂ ਨਹੀਂ ਹੈ, ਕੰਟਰੀਆਂ ਕੋਲ ਹੈਗਾ, ਪਰ ਹਰ ਇੱਕ ਦਾ ਜਿਹੜਾ ਲੈਵਲ ਆਫ ਅਚੀਵਮੈਂਟ ਹੈ ਉਹ ਡਿਫਰੈਂਟ ਹੈ। ਇਹਦੇ ਵਾਸਤੇ ਬੜੇ ਰਿਸੋਰਸਸ ਦੀ ਲੋੜ ਹੈ, ਫਾਈਨੈਂਸਿਸ ਦੀ ਲੋੜ ਹੈ, ਟੈਕਨੋਲੋਜੀ ਦੀ ਲੋੜ ਹੈ। ਉਹ ਅੱਗੇ ਚੱਲ ਕੇ ਆਪਾਂ ਕਰਦੇ ਹਾਂ ਵੀ ਦੂਜੇ ਕੰਟਰੀਆਂ ਕੀ ਕਰਦੀਆਂ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਵੀ 2012 ਵਿੱਚ ਉਹਨਾਂ ਕੋਲ ਕੋਲੇ ਦੀ એનર્ਜੀ ਜਿਹੜੀ ਸੀ ਉਹ 40% ਕੋਲੇ ਦੀ એનર્ਜੀ ਉਹ ਯੂਜ਼ ਕਰਦੇ ਸੀ। 2021 ਚ ਉਹਨਾਂ ਦੀ ਕੋਲੇ ਤੇ ਜਿਹੜੀ ਡਿਪੈਂਡੈਂਸ ਹੈ ਉਹ ਸਿਰਫ 2% ਰਹਿ ਗਈ, ਸਿਰਫ 2%, 40 ਤੋਂ 2 in 9 years। ਪਰ ਇੱਥੋਂ ਫਿਰ ਇਹ ਪਤਾ ਲੱਗਦਾ ਕਿ ਜਿਹੜੀ ਚੇਂਜ ਹੈ ਉਹ ਪੋਸੀਬਲ ਹੈ, ਦੂਜੀਆਂ ਕੰਟਰੀਆਂ ਵੀ ਕਰ ਸਕਦੀਆਂ। ਜੋ ਇੰਗਲੈਂਡ ਨੇ ਕੀਤਾ ਉਹ ਟੈਕਨੋਲੋਜੀ ਅਵੇਲੇਬਲ ਹੋਏਗੀ। ਔਰ ਅੱਜ ਦੇ ਦਿਨ ਇਹ ਬੜਾ ਵੱਡਾ ਯੂਨਾਈਟਿਡ ਕਿੰਗਡਮ ਦਾ ਇੱਕ ਬਿਜ਼ਨਸ ਹੈ, ਉਹ ਲੋਕਾਂ ਨੂੰ ਇਹ ਟੈਕਨੋਲੋਜੀ ਵੇਚਦੇ ਆ, ਆਪਣੀ ਐਕਸਪਰਟੀਜ਼ ਵੇਚਦੇ ਆ। ਸੋ ਲੋਕ ਉਹਨਾਂ ਦਾ ਦੂਜੀਆਂ ਕੰਟਰੀਆਂ ਵੀ ਫਾਇਦਾ ਲੈਣਗੀਆਂ। ਹੁਣ ਉਹਨਾਂ ਨੇ ਜਿਹੜੀਆਂ ਉਹ ਫਾਸਟੈਸਟ ਨੈਟ ਜ਼ੀਰੋ ਇਕਾਨਮੀ ਬਣ ਗਈ ਆ ਅਮੰਗ G7 ਐਂਡ G20 ਕੰਟਰੀਜ਼। ਔਰ ਇਹਨਾਂ ਨੇ ਜਿਹੜੀ ਕਾਰਬਨ ਐਮਿਸ਼ਨ ਹੈ ਉਹ 78% ਤੱਕ ਘਟਾ ਦੇਣੀ ਹੈ ਬਾਈ 2035। ਔਰ ਉਹਨਾਂ ਨੇ ਨੈਟ ਜ਼ੀਰੋ ਕਰ ਦੇਣੀ ਹੈ 2050 ਚ। ਜਿਹੜੀ ਸੇਲ ਆਫ ਪੈਟਰੋਲ ਵਹੀਕਲ ਤੇ ਡੀਜ਼ਲ ਵਹੀਕਲ ਉਹ ਖਤਮ ਹੋ ਜਾਣੇ ਆ 2030 ਤੋਂ ਬਾਅਦ। ਉੱਥੇ ਕੋਈ ਵਹੀਕਲ ਇਹ ਜਿਹਾ ਨਹੀਂ ਆਏਗਾ। ਔਰ ਮੁੜ ਕੇ ਉਹਨਾਂ ਨੇ ਜਿਹੜਾ ਐਗਰੀਕਲਚਰ ਦਾ ਸਿਸਟਮ ਹੈ ਉਹਦੀਆਂ ਸਬਸਿਡੀ ਜਿਹੜੀ ਹੈ ਡਾਇਰੈਕਟ ਸਪੋਰਟ ਬਾਈ ਦਾ ਗਵਰਨਮੈਂਟ, ਉਹਨੂੰ ਚੇਂਜ ਕਰ ਦਿੱਤਾ, ਉਹਨੂੰ ਟਾਈ ਕਰ ਦਿੱਤਾ ਕਾਰਬਨ ਐਮਿਸ਼ਨ ਨਾਲ। ਹਰ ਫਾਰਮਰ ਨੂੰ ਆਪਣੇ ਫਾਰਮ ਦੀ ਪਲਾਨ ਬਣਾ ਕੇ ਡਿਸਪਲੇ ਕਰਨੀ ਪਏਗੀ ਤਾਂ ਉਹਨੂੰ ਸਬਸਿਡੀ ਮਿਲੇਗੀ। ਨਿਊਜ਼ੀਲੈਂਡ ਇਸ ਕੰਮ ਦੇ ਵਿੱਚ ਬਹੁਤ ਚਿਰ ਦਾ ਲੱਗਿਆ, ਉਹ ਲੀਡਰ ਹੈ ਇਸ ਕੰਮ 'ਚ। ਔਰ ਇਸ ਤੋਂ ਅੱਗੇ ਜਿਹੜੀ ਉਹਨਾਂ ਨੇ ਫਾਸਲ ਫਿਊਲ એનર્ਜੀ ਹੈ ਜਿਹੜੀਆਂ ਦੂਜੇ ਕੰਟਰੀਆਂ ਬਣਾਉਣੀਆਂ, ਉਹਨਾਂ ਨੇ ਇੱਕ ਡੇਟ ਦੇ ਦੇਣੀ ਹੈ ਇਸ ਕਾਨਫਰੰਸ ਤੇ, ਉਹ ਉਹਨਾਂ ਨੂੰ ਸਪੋਰਟ ਬੰਦ ਕਰ ਦੇਣਗੇ। ਜਿਹੜੇ ਫਾਸਲ ਫਿਊਲ ਦੀ એનર્ਜੀ ਵਾਸਤੇ ਸਪੋਰਟ ਬੰਦ ਕਰਨਗੇ। ਮੁੜ ਕੇ ਉਹਨਾਂ ਨੇ ਅਗਲੇ 5 ਸਾਲਾਂ 'ਚ ਡਿਵੈਲਪਿੰਗ ਕੰਟਰੀ ਨੂੰ 12 ਬਿਲੀਅਨ ਪਾਉਂਡ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਹੈ। ਔਰ ਉਹਦੇ ਵਿੱਚੋਂ 3 ਬਿਲੀਅਨ ਹੋਰ ਜਿਹੜੇ ਨੇਚਰ ਨੂੰ ਰਿਸਟੋਰ ਕਰਨ ਵਾਸਤੇ ਪੂਅਰ ਐਂਡ ਡਿਵੈਲਪਿੰਗ ਕੰਟਰੀਜ਼ ਨੂੰ ਇੰਗਲੈਂਡ ਵਾਲੇ ਦੇਣਗੇ। ਔਰ ਡਾਕਟਰ ਸਾਹਿਬ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਕੁਐਸਚਨ ਵਿੱਚ ਮੇਰੇ ਜਿਹੜਾ ਕੁਝ ਤੁਸੀਂ ਦੱਸਿਆ, ਮੇਰੇ ਵੀ ਬਹੁਤ ਕੁਐਸਚਨ ਸੀ ਇਹਦੇ ਬਾਰੇ, ਪਰ ਮੈਂ ਤੁਹਾਨੂੰ ਵਿੱਚੋਂ ਨਹੀਂ ਰੋਕਣਾ, ਪਰ ਆਪਾਂ ਨੂੰ ਕੁਦਰਤੀ ਰੁਕਣਾ ਪੈ ਰਿਹਾ ਇੱਕ ਬ੍ਰੇਕ ਲਈ। ਉਸ ਤੋਂ ਬਾਅਦ ਮੇਰਾ ਜਿਹੜਾ ਕੁਐਸਚਨ ਆਨਸਰ ਕਰਕੇ ਆਪਾਂ ਨੈਕਸਟ ਸੈਗਮੈਂਟ ਵੱਲ ਵਧਾਂਗੇ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਡਾਕਟਰ ਰਿਸ਼ਪਾਲ ਸਿੰਘ ਬਾਜਵਾ, ਗਲੋਬਲ ਵਾਰਮਿੰਗ 'ਤੇ ਕੰਮ ਕਰ ਰਹੇ, ਖਾਸ ਕਰਕੇ COP ਜਿਹੜੀ ਚੱਲ ਰਹੀ ਹੈ ਸਕਾਟਲੈਂਡ, ਗਲਾਸਗੋ ਸਕਾਟਲੈਂਡ ਦੇ ਵਿੱਚ। ਬਹੁਤ ਹੀ ਸੋਹਣੇ ਰਿਜ਼ਲਟ ਵੀ ਉੱਭਰ ਕੇ ਆ ਰਹੇ, ਪਰ ਕੀ ਹੋ ਰਿਹਾ ਆ, ਕਿਹੜੇ ਰਿਸੋਰਸਿਸ ਅਵੇਲੇਬਲ ਨੇ ਤਾਂ ਕਿ ਇਸ ਚੀਜ਼ 'ਤੇ ਆਪਾਂ ਕੰਟਰੋਲ ਪਾ ਸਕੀਏ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ। ਦਰਸ਼ਕੋ, ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ। ਉਚੇਚੇ ਤੌਰ 'ਤੇ ਅਸੀਂ ਗੱਲ ਕਰ ਰਹੇ ਹਾਂ ਗਲੋਬਲ ਵਾਰਮਿੰਗ ਦੀ। ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣਾ ਐਲੈਬੋਰੇਟ ਕੀਤਾ ਸੀਗਾ ਪਹਿਲਾਂ ਕਿ ਵੀ ਆਹ ਕੰਟਰੀ ਆ ਕਰ ਰਹੀ ਹੈ, ਔਰ ਕੁਛ ਉਹਨਾਂ ਨੇ ਆਪਦੀ ਗਰੰਟੀਜ਼ ਜਾਂ ਰਿਸਟ੍ਰਿਕਸ਼ਨਸ ਵੀ ਲਗਾ ਦਿੱਤੀਆਂ ਨੇ ਫਾਰਮਰਸ 'ਤੇ ਵੀ, ਹੋਰ ਵਹੀਕਲਾਂ 'ਤੇ ਵੀ, ਹੋਰ ਵੀ। ਪਰ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਗੱਲ ਆ ਜਾਂਦੀ ਪੈਰਿਸ ਐਗਰੀਮੈਂਟ, ਕੀ ਤੁਸੀਂ ਇਹ ਹੁਣ ਦੱਸਣਾ ਚਾਹੋਗੇ ਜਾਂ ਤੁਸੀਂ ਫਿਨਿਸ਼ ਕਰਨਾ ਚਾਹੋਗੇ ਜਿਹੜਾ ਪਹਿਲਾਂ ਗੱਲ ਕਰ ਰਹੇ ਸੀ? ਹਾਂਜੀ, ਇੱਕ ਵਾਰੀ ਫਿਰ ਦੱਸਣਾ ਜੀ, ਮੈਨੂੰ ਸਮਝ ਨਹੀਂ ਆਈ ਤੁਹਾਡਾ ਸਵਾਲ। ਇਹਦੇ ਵਿੱਚ ਇੱਕ ਪੈਰਿਸ ਐਗਰੀਮੈਂਟ ਦੀ ਗੱਲ ਆਉਂਦੀ ਹੈ, ਉਹ ਕੀ ਸੀ ਜੀ? ਹਾਂ, ਪੈਰਿਸ ਐਗਰੀਮੈਂਟ ਹੈਗਾ ਆਪਣਾ ਅੱਗੇ। ਜੀ ਜੀ, ਉਹਨੂੰ ਆਪਾਂ ਕਰਦੇ ਜੀ। ਹੁਣ ਇੰਗਲੈਂਡ ਨੇ ਇੱਕ ਹੋਰ ਬਹੁਤ ਵੱਡਾ ਟਾਰਗੇਟ ਅਚੀਵ ਕੀਤਾ ਹੈ ਜੀ। ਅੱਜ ਦੇ ਦਿਨ ਉਹਨਾਂ ਦੇ ਲੋ ਕਾਰਬਨ ਸੈਕਟਰ 'ਚ 4,60,000 ਜਾਬਸ, ਔਰ ਉਹਨਾਂ ਦਾ ਟਾਰਗੇਟ ਹੈ 2030 ਤੱਕ 2 ਮਿਲੀਅਨ ਜਾਬਸ ਗ੍ਰੀਨ એનર્ਜੀ 'ਚ ਕਰਨ ਦੀ, ਔਰ 30,000 ਹੈਕਟੇਅਰ ਦੇ ਨਵੇਂ ਜੰਗਲ ਲਾਉਣੇ ਪਰ ਸਾਲ ਉਹਨਾਂ ਦਾ ਟਾਰਗੇਟ ਹੈ।
ਹੁਣ ਇਹ ਜਦੋਂ ਆਪਾਂ ਸਭ ਕੁਝ ਦੇਖਿਆ, ਅਨਫੋਰਚੂਨੇਟਲੀ ਜਿਹੜੀਆਂ ਕਾਰਬਨ ਐਮਿਸ਼ਨ ਨੂੰ ਰਿਡਿਊਸ ਕਰਨਾ ਪੂਅਰ ਕੰਟਰੀਜ਼ ਦੇ ਵੱਸ 'ਚ ਨਹੀਂ ਹੈ। ਉਹਨਾਂ ਨੂੰ ਇਹਦੀ ਬੜੀ ਸਪੋਰਟ ਦੀ ਲੋੜ ਹੈ, ਔਰ ਅੱਜ ਦੇ ਦਿਨ ਉਹਨਾਂ ਤੇ ਬਹੁਤ ਜ਼ਿਆਦਾ ਇੰਪੈਕਟਸ ਹੋ ਰਹੇ ਹਨ। ਜਿਵੇਂ ਆਪਾਂ ਦੇਖਦੇ ਹਾਂ ਬਈ ਲੋਕਾਂ ਦੇ ਘਰ ਡੁੱਬ ਜਾਂਦੇ ਆ, ਫਲੱਡ ਆਉਂਦੇ ਆ, ਉੱਥੇ ਸਿਸਟਮ ਉਹਨਾਂ ਦੇ ਇੰਨੇ ਚੰਗੇ ਨਹੀਂ ਗਏ, ਉਹਨਾਂ ਦੀਆਂ ਕ੍ਰਾਪਸ, ਉਹਨਾਂ ਦੀਆਂ ਫਸਲਾਂ ਲੂਜ਼ ਹੋ ਜਾਂਦੀਆਂ, ਔਰ ਮੁੜ ਕੇ ਜਦੋਂ ਫਲੱਡਸ ਦੇ ਨਾਲ, ਡਰਾਫਟਸ ਦੇ ਨਾਲ ਜਿਹੜੀ ਪੂਅਰ ਏਅਰ, ਵਾਟਰ, ਲੈਂਡ ਉਹ ਹੋ ਜਾਂਦੇ ਆ। ਸੋ ਦੀਜ਼ ਕੰਟਰੀਜ਼ ਜਿਹੜੀਆਂ ਹੈ, ਇਹਨਾਂ ਨੂੰ ਹੈਲਪ ਦੀ ਬਹੁਤ ਲੋੜ ਹੈ। ਪਰ ਇਹ ਜਿਹੜੀ ਹੈਲਪ ਹੈ ਜੋ ਦੇਣੀ ਹੈ, ਡਿਵੈਲਪ ਕੰਟਰੀ ਨੇ ਡਿਵੈਲਪਿੰਗ ਨੂੰ ਇੱਕ ਦੂਜੇ ਨਾਲ ਕੀ ਸਾਂਝ ਪਿਆਰੀ ਕਰਨੀ ਹੈ, ਇਹੀ ਟਾਪਿਕ ਜਿਹੜੇ ਹੈ COP ਤੇ ਡਿਸਕਸ ਹੋਣੇ। ਹੁਣ ਤੁਹਾਡਾ ਸਵਾਲ ਸੀ ਕਿ ਵਾਟ ਇਜ਼ COP 26? ਇਹ ਕਾਨਫਰੰਸ ਆਫ ਪਾਰਟੀਜ਼ ਹੈ। ਇਹ ਪਹਿਲੀ ਮੀਟਿੰਗ ਇਹਨਾਂ ਦੀ 1995 ਚ ਹੋਈ ਸੀ। ਇਹ ਨੰਬਰ 26 ਤਾਂ ਹੈ ਕਿ ਆਏ ਸਾਲ ਇਹ ਇੱਕ ਵਾਰੀ ਹੁੰਦੀ ਹੈ। ਇਹ ਯੂਨਾਈਟਿਡ ਨੇਸ਼ਨਸ ਦੇ ਅੰਡਰ ਹੁੰਦੀ ਹੈ। ਇੱਕ ਸਾਲ, ਪਿਛਲੇ ਸਾਲ ਇਹ ਨਹੀਂ ਹੋਈ ਕਿਉਂਕਿ COVID-19 ਸੀ, ਪਰ ਇਸ ਸਾਲ ਇਹ ਹੁੰਦੀ ਹੈ। ਔਰ ਇਹਦੇ ਵਿੱਚ ਇਹ ਆਪਣੇ ਹਰ ਕੰਟਰੀ ਆਪਣੇ ਟਾਰਗੇਟ, ਐਂਬੀਸ਼ਨਸ, ਅਚੀਵਮੈਂਟ, ਕਿੰਨੀ ਸਕਸੈਸ, ਉਹ ਸਭ ਇੱਥੇ ਡਿਸਕਸ ਕੀਤਾ ਜਾਂਦਾ। ਔਰ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਵੀ ਤੁਸੀਂ ਆਪਣੇ ਜਿਹੜੇ ਨੈਸ਼ਨਲ ਤੁਹਾਡੇ ਜਿਹੜੇ ਟਾਰਗੇਟਸ ਹੈ ਉਹ ਇੱਥੇ ਡਿਸਕਸ ਕਰੋ। ਸੋ ਉਹ ਜਦੋਂ ਫਿਰ ਉਹ ਡਿਸਕਸ ਕਰਦੇ ਆ ਤੇ ਉਹ ਅੱਗੇ ਚੱਲਦੇ ਆ। ਹੁਣ ਇੱਥੇ ਅੱਗੇ ਇਹ ਆਉਣਾ ਹੈ ਵੀ ਇਹਨਾਂ ਮੀਟਿੰਗਾਂ 'ਚ ਹੁੰਦਾ ਕੀ ਹੈ। ਇਸ COP 26 ਦੇ ਦੋ ਗਰੁੱਪ ਬਣ ਜਾਂਦੇ ਆ। ਇੱਕ ਨੂੰ ਅਸੀਂ ਕਹਿੰਦੇ ਆ ਬਲੂ ਜ਼ੋਨ। ਉਹਦੇ ਵਿੱਚ ਜਿਹੜੇ ਰਜਿਸਟਰਡ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਜਾਂ ਜਿਹੜੀਆਂ ਗਵਰਨਮੈਂਟ ਲੀਡਰ, ਪੋਲੀਟੀਕਲ ਲੀਡਰ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟਸ ਤੇ ਜਿਹੜੀਆਂ ਹੋਰ ਇੰਸਟੀਟਿਊਸ਼ਨ ਤੇ ਜਿਹੜੇ ਕਲਾਈਮੇਟ ਚੇਂਜ ਦੇ ਨਾਲ ਰਿਲੇਟਡ ਇੰਸਟੀਟਿਊਸ਼ਨ ਹੈ, ਉਹ ਆਪਣੀ ਡਿਸਕਸ਼ਨ ਕਰਨ। ਔਰ ਦੂਜਾ ਗਰੁੱਪ ਹੁੰਦਾ ਗ੍ਰੀਨ ਜ਼ੋਨ। ਗ੍ਰੀਨ ਜ਼ੋਨ ਹੈ ਜਨਰਲ ਪਬਲਿਕ ਵਾਸਤੇ। ਉੱਥੇ ਹੁੰਦੇ ਆ ਬਈ ਵਰਕਸ਼ਾਪ ਲੱਗਦੀਆਂ, ਐਗਜ਼ੀਬਿਸ਼ਨਸ ਲੱਗਦੀਆਂ, ਉੱਥੇ ਡਿਮੋਨਸਟ੍ਰੇਸ਼ਨ ਹੁੰਦੀਆਂ ਨਿਊ ਟੈਕਨੋਲੋਜੀ ਦੀਆਂ, ਜਿਵੇਂ ਕਿ ਇੱਕ ਐਗਜ਼ੀਬਿਸ਼ਨ ਟਾਈਪ ਹੁੰਦਾ। ਔਰ ਉੱਥੇ ਲੋਕ, ਉੱਥੇ ਮਿਊਜ਼ਿਕ ਵੀ ਚੱਲਦੇ ਆ, ਐਂਟਰਟੇਨਮੈਂਟ ਵੀ ਹੁੰਦੀ, ਕਿਉਂਕਿ 12 ਦਿਨਾਂ ਦਾ ਇਹ ਜਿਹੜਾ ਆਪਣਾ ਉੱਥੇ 12 ਦਿਨ ਚੱਲਣੀ ਹੈ। ਹੁਣ ਤੁਸੀਂ ਇੱਕ ਸਵਾਲ ਹੋਰ ਪੁੱਛਿਆ ਸੀ, ਵਾਟ ਇਜ਼ ਪੈਰਿਸ ਐਗਰੀਮੈਂਟ? ਜੀ। ਪੈਰਿਸ ਐਗਰੀਮੈਂਟ ਐਕਚੁਅਲੀ 2015 ਚ ਹੋਇਆ ਸੀ ਜੀ। 2015 ਚ ਇਹ ਉਹ ਜਿਹੜੀ ਸੀਗੀ ਇਹਨਾਂ ਦੀ COP 21 ਸੀਗੀ ਮੀਟਿੰਗ। ਔਰ ਉਹਦਾ ਦੂਜਿਆਂ ਨਾਲੋਂ ਫਰਕ ਇਹ ਸੀ ਕਿ ਪਹਿਲੀ ਵਾਰੀ ਇੱਥੇ ਆਲਮੋਸਟ ਜਿੰਨੀਆਂ ਕੰਟਰੀਆਂ ਆਈਆਂ ਸੀ ਉਹਨਾਂ ਨੇ ਇੱਕ ਲੀਗਲੀ ਬਾਈਂਡ ਡਾਕੂਮੈਂਟ ਤੇ ਸਾਈਨ ਕੀਤਾ ਸੀ। ਪਹਿਲਾਂ ਇਹ ਟ੍ਰੀਟੀ ਸੀ, ਹੁਣ ਇਹ ਲੀਗਲੀ ਬਾਈਂਡ ਡਾਕੂਮੈਂਟ ਹੋ ਗਿਆ। ਦੈਟ ਇਜ਼ ਅ ਪੈਰਿਸ ਐਗਰੀਮੈਂਟ। ਔਰ ਪੈਰਿਸ ਐਗਰੀਮੈਂਟ ਦਾ ਜਿਹੜਾ ਮੇਨ ਕੰਮ ਸੀਗਾ ਉਹ ਇਹ ਸੀ ਬਈ 2050 ਤੱਕ ਅੱਜ ਦੇ ਦਿਨ ਨਾਲੋਂ ਜਿੰਨੀ ਅੱਜ ਗ੍ਰੀਨ ਹਾਊਸ ਗੈਸਿਸ ਹੋ ਰਹੀਆਂ ਉਹਨਾਂ ਨੂੰ ਬਾਈ ਹਾਫ ਕੱਟ ਕਰਨਾ। ਇਹ ਅਗਲੇ 30 ਸਾਲਾਂ 'ਚ 20 ਸਾਲਾਂ 'ਚ ਹਾਫ ਕੱਟ ਕਰਨਾ। ਔਰ ਮੇਨ ਏਮ ਇਹਦਾ ਇਹ ਹੈ ਕਿ 2100 ਦੇ ਸਾਲ ਤੱਕ ਜਿਹੜਾ ਸਾਡਾ ਟੈਂਪਰੇਚਰ ਹੈ ਉਹ 1.5 ਡਿਗਰੀ ਸੈਂਟੀਗ੍ਰੇਡ ਤੋਂ ਨਾ ਵਧੇ। ਸੋ ਇਹ ਪੈਰਿਸ ਐਗਰੀਮੈਂਟ in simple words ਹੈ। ਮੇਰਾ ਨੈਕਸਟ ਕੁਐਸਚਨ ਉੱਥੇ ਆ ਕਿ why does it matter 1.5 ਸੈਂਟੀਗ੍ਰੇਡ ਜਿਹੜਾ ਡਿਗਰੀ ਆ, ਇਹ ਕਿਉਂ ਮੈਟਰ ਇੰਨਾ ਹਾਰਡ ਆ? ਕਿਉਂਕਿ ਜੇ ਮੰਨ ਲਓ ਇਹ ਤੋਂ ਉੱਪਰ ਚਲਾ ਜਾਂਦਾ ਤਾਂ ਵੀ ਨੁਕਸਾਨ ਹੋਊਗਾ। ਜੇ ਇੱਥੇ ਤੱਕ ਰਹਿ ਜਾਂਦੇ ਆ ਤਾਂ ਆਪਾਂ ਇਹ ਅਜ਼ਿਊਮ ਕਰ ਲੈਂਦੇ ਆ ਕਿ 1.5 ਸੈਂਟੀਗ੍ਰੇਡ ਜੇ ਆਪਾਂ ਇੱਥੇ ਤੱਕ ਇਹ ਵੱਧਦਾ ਹੈ ਹੁਣ ਤੋਂ ਲੈ ਕੇ ਉਤਾਂ ਹੀ, ਤਾਂ ਆਪਾਂ ਫੇਰ ਵੀ ਸੇਫ ਜ਼ੋਨ 'ਚ ਆ। ਪਰ ਜੇ ਇਦੋਂ ਵੱਧ ਵੱਧਦਾ ਤਾਂ ਨੁਕਸਾਨ ਕੀ ਹੋਣਗੇ ਆਪਾਂ ਜੇ ਕੰਟਰੋਲ ਕਰਨਾ? ਹਾਂਜੀ ਗੁਰਲਾਲ ਜੀ, ਇਹ ਸਟੱਡੀ ਤੋਂ ਪਤਾ ਲੱਗਿਆ ਸਾਇੰਟੀਫਿਕ ਐਕਸਪੈਰੀਮੈਂਟਸ ਤੋਂ ਕਿ ਜੇ 2 ਡਿਗਰੀ ਗਲੋਬਲ ਵਾਰਮਿੰਗ ਹੋ ਜੇ, ਹੁਣ ਦੇਖੋ ਸਿਰਫ ਅੱਧੇ ਡਿਗਰੀ ਦਾ ਫਰਕ ਹੈ, ਪਰ ਇਹਦੇ ਨਾਲ ਬਹੁਤ ਲਾਰਜ ਸਕੇਲ ਤੇ ਇਹਦਾ ਇੰਪੈਕਟ ਪੈਂਦਾ ਗਰਮੀ ਦਾ ਔਨ ਪੀਪਲ, ਔਨ ਦੇਅਰ ਲਾਈਫ ਐਂਡ ਨੇਚਰ ਐਂਡ ਕਲਾਈਮੇਟ। ਅਗਰ ਇਹ 2 ਡਿਗਰੀ ਹੋ ਜਾਵੇ ਤੇ ਜਿਹੜਾ 1/3 ਆਫ ਦਾ ਵਰਲਡ ਆ ਉਹ ਐਕਸਪੋਜ਼ ਹੋ ਜਾਏਗਾ ਸਵੀਅਰ ਹੀਟ ਇਫੈਕਟਸ ਨੂੰ, ਡਿਜ਼ੀਜ਼ ਪੈ ਜਾਏਗੀ, ਉੱਥੇ ਡੈਥ ਹੋਏਗੀ। ਫਿਰ ਜਿਹੜੇ ਵਾਰਮ ਵਾਟਰ
ਕੋਰਲ ਰੀਫਸ ਹੈ। ਕੋਰਲ ਰੀਫਸ ਦਰਸ਼ਕਾਂ ਦੇ ਜਾਣਕਾਰੀ ਵਾਸਤੇ ਇਹ ਇੱਕ ਸਮੁੰਦਰ ਦੇ ਵਿੱਚ ਇੱਕ ਕਿਸਮ ਦੇ ਅੰਡਰ ਵਾਟਰ ਸਮਾਲ ਆਈਲੈਂਡ ਹੁੰਦੇ ਆ ਜਿਨ੍ਹਾਂ ਦੇ ਵਿੱਚ ਓਲਡ ਡੈਡ ਇਨਵਰਟੀਬ੍ਰੇਟਸ ਉਹਨਾਂ ਦੇ ਸਕੈਲੀਟਨ ਉੱਥੇ ਇਕੱਠੇ ਹੋ ਕੇ ਬਣਦੇ ਰਹਿੰਦੇ ਆ, ਨਾਲ ਨਵਾਂ ਕੈਲਸ਼ੀਅਮ ਕਾਰਬੋਨੇਟ ਹੋਰ ਡਿਪੋਜ਼ਿਟ ਹੁੰਦਾ, ਬਹੁਤ ਵੱਡੇ ਉਹ ਆਈਲੈਂਡ ਬਣ ਜਾਂਦੇ। ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਯੂਨਾਈਟਿਡ ਸਟੇਟ ਪੋਸਟਲ ਸਰਵਿਸ ਨੇ ਬਕਾਇਦਾ ਸਟੈਂਪ ਵੀ ਜਾਰੀ ਕੀਤੀ ਸੀ ਕੋਰਲ ਰੀਫ ਬਾਰੇ। ਹਾਂਜੀ 10-15 ਸਾਲ ਜੀ। ਇਹ ਜਿਹੜੇ ਕੋਰਲ ਰੀਫ ਹੁੰਦੇ ਆ ਇਹ ਗਰਮੀ ਨਾਲ ਜਦੋਂ ਪਾਣੀ ਆਪਣੇ ਆਰਕਟਿਕ ਏਅਰ ਜਿਹੜੀ ਹੈ ਆਰਕਟਿਕ ਆਈਸ ਜਿਹੜੀ ਹੈ ਉਹ ਜਦੋਂ ਮੈਲਟ ਹੋ ਜਾਂਦੀ ਹੈ ਇਹਨਾਂ ਨੂੰ ਇਫੈਕਟ ਹੋਏਗਾ। ਪਰ ਜਦੋਂ ਟੈਂਪਰੇਚਰ ਪਾਣੀ ਦਾ ਗਰਮ ਹੋਵੇ ਔਰ ਉਹਦੇ ਵਿੱਚ ਥੋੜੀ ਐਸਿਡਿਟੀ ਹੋਵੇ ਡਿਊ ਟੂ ਗ੍ਰੀਨ ਹਾਊਸ ਇਫੈਕਟਸ, ਉਹ ਕੈਲਸ਼ੀਅਮ ਕਾਰਬੋਨੇਟ ਉੱਥੇ ਡਿਪੋਜ਼ਿਟ ਨਹੀਂ ਹੁੰਦਾ ਔਰ ਜਿਹੜੇ ਉਹ ਓਇਸਟਰ ਮਿਊਸਲਸ ਉਹ ਦੂਜੀਆਂ ਜਿਹੜੀਆਂ ਇੰਡਸਟਰੀਜ਼ ਆ ਫਿਸ਼ ਦੀਆਂ ਉਹਨਾਂ ਲੋਕਾਂ ਦੀ ਜਿਹੜੀ ਆਮਦਨ ਆ ਉਹਨੂੰ ਬਹੁਤ ਜ਼ਿਆਦਾ ਇਹ ਅਫੈਕਟ ਕਰਿਆ। ਮਿਲੀਅਨਸ ਆਫ ਲੋਕ ਜਿਹੜੇ ਹੈ ਉਹ ਕੋਰਲ ਰੀਫ ਤੋਂ ਆਪਣਾ ਲਾਈਵਲੀਹੁੱਡ ਚਲਾਉਂਦੇ ਆ ਜੀ। ਹੁਣ ਇਹ ਹੈ ਵੀ ਜੇ ਉਹ 1.1 ਤੇ ਰਵੇ 1.5 ਦੇ ਨਾਲ ਵੀ ਟੈਂਪਰੇਚਰ ਵਾਰਮ ਹੁੰਦਾ ਪਰ ਵੇਰੀਏਬਲ ਹੈ, ਉਹਦੇ ਨਾਲ ਇੰਨੀ ਜ਼ਿਆਦਾ ਨੈਸ਼ ਤੈਸ਼ ਨਹੀਂ ਹੁੰਦੀ ਲਾਈਫ ਦੀ, ਉਹ ਬਚ ਜਾਂਦਾ। ਹੁਣ ਜਦੋਂ ਆਪਾਂ ਸਭ ਕੁਝ ਦੇਖਿਆ ਤੇ ਇੱਥੋਂ ਹੁਣ ਇਹ ਲੱਗਦਾ ਵੀ ਜਿਹੜੀ ਅੱਜ ਦੇ ਦਿਨ 'ਚ ਕਲਾਈਮੇਟ ਚੇਂਜ ਹੈ ਜਾਂ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਇਹ ਇੱਕ ਸਿੰਗਲ ਥ੍ਰੈਟ ਹੈ ਹਿਊਮਨ ਬੀਇੰਗ ਨੂੰ, ਮੈਨਕਾਈਂਡ ਨੂੰ, ਪਲੈਨਟ ਨੂੰ। ਔਰ ਮੇਰੇ ਹਿਸਾਬ 'ਚ ਐਂ ਲੱਗਦਾ ਹੈ ਕਿ ਦਿਸ ਇਜ਼ ਦਾ ਮੋਸਟ ਵਾਈਡਲੀ ਡਿਸਕਸਡ ਟਾਪਿਕ ਐਵਰੀਵੇਅਰ। ਹਰ ਕੰਟਰੀ ਇਹਦੀ ਲਪੇਟ 'ਚ ਹੈ, ਕੋਈ ਜ਼ਿਆਦਾ ਹੈ ਕੋਈ ਘੱਟ ਹੈ। ਚੰਗੀਆਂ ਤੋਂ ਚੰਗੀਆਂ ਇਕਾਨਮੀਜ਼ ਅਮਰੀਕਾ ਵਰਗੀਆਂ ਵੀ ਇਹਦੇ ਅੰਡਰ ਹੈ, ਯੂਰੋਪੀਅਨ ਯੂਨੀਅਨ ਕਿਸੇ ਹੋਰ ਐਕਸਟੈਂਟ ਤੇ। ਪਰ ਜਿਹੜਾ ਆਪਣਾ ਏਸ਼ੀਆ ਹੈ ਜਿਹਦੇ 'ਚ ਆਪਣਾ ਇੰਡੀਆ ਤੇ ਚਾਈਨਾ ਤੇ ਹੋਰ ਕੰਟਰੀਆਂ ਹੈ ਪੈਸੀਫਿਕ ਦੀਆਂ, ਉੱਥੇ ਇਹਦਾ ਬਹੁਤ ਜ਼ਿਆਦਾ ਫਰਕ ਹੈ। ਦੇਖੋ ਆਸਟ੍ਰੇਲੀਆ ਵੀ ਇਹਦੀ ਗ੍ਰਿਪ 'ਚ ਹੈ, ਕਿੰਨੀਆਂ ਉੱਥੇ ਵਾਈਲਡ ਫਾਇਰ ਲੱਗਦੀਆਂ, ਗਰਮੀਆਂ ਹੁਣ ਇੰਨੀ ਹੁੰਦੀ ਹੈ, 10 ਸਟਾਰਮ ਜਿਹੜੇ ਐਕਸਟ੍ਰੀਮ ਹੈ ਜਿੱਦਾਂ ਅਰਬ ਕੰਟਰੀਜ਼ ਆ ਜਾਂ ਸਾਊਥ ਅਫਰੀਕਾ ਆ ਉਹ ਵੀ ਤਾਂ ਲੋਕ ਇੰਨਾ ਉਹ ਤਾਂ ਆਪਣੇ ਨਾਲੋਂ ਵੀ ਜ਼ਿਆਦਾ ਤੁਹਾਨੂੰ। ਹਾਂ ਬਿਲਕੁਲ। ਪਰ ਵੱਡੀ ਚੀਜ਼ ਹੈ ਅਫਰੀਕਨ ਕੰਟਰੀ 'ਚ ਇਹਨਾਂ ਦਾ ਬਹੁਤ ਇੰਪੈਕਟ ਹੈ ਕਿਉਂਕਿ ਉਹਨਾਂ ਕੋਲ ਰਿਸੋਰਸਿਸ ਹੈ ਨਹੀਂ, ਸੋ ਉਹ ਲੋਕ ਇੱਥੇ ਬਹੁਤ ਡਿਪੈਂਡ ਕਰਦੇ ਆ। ਤੋ ਹੁਣ ਜਿਹੜੀ ਸਾਡੀ ਇਹ ਮੀਟਿੰਗ ਉੱਥੇ ਹੋ ਰਹੀ ਹੈ ਇਹਦੇ 'ਚ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਡਿਸਕਸ ਹੋਣੀਆਂ। ਹੁਣ ਅੱਗੋਂ ਚੀਜ਼ ਇਹ ਹੁੰਦੀ ਹੈ ਵੀ ਹੁਣ ਮੀਟਿੰਗ ਉੱਥੇ ਹੋਏਗੀ, ਇਸ ਮੀਟਿੰਗ ਤੇ ਜੋ ਵੀ ਇਹ ਸਾਰੀਆਂ ਕੰਟਰੀਜ਼ ਜਿੰਨੇ ਗਰੁੱਪ ਹੈ ਪ੍ਰਾਈਵੇਟ ਸਿਵਲ ਸੁਸਾਇਟੀ। ਡਾਕਟਰ ਸਾਹਿਬ ਇੱਥੇ ਕੁਐਸਚਨ ਖੜਾ ਹੋ ਜਾਂਦਾ, ਤੁਸੀਂ ਗੱਲ ਕੀਤੀ ਸੀ 1995 ਤੋਂ ਸ਼ੁਰੂ ਹੋਈ ਸੀਗੀ। ਮੇਰਾ ਕੁਐਸਚਨ ਹੈ ਕਿ ਹੁਣ ਕਰੀਬ 25-26 ਸਾਲਾਂ ਦਾ ਜਿਹੜਾ ਟਾਈਮ ਉਹ ਨਿਕਲ ਗਿਆ, ਸੋ ਫਾਰ ਅਚੀਵਮੈਂਟ ਕੀ ਹੈ ਇਹਨਾਂ ਦੀ COP ਦੀ? ਅਚੀਵਮੈਂਟ ਬਹੁਤ ਹੈ ਜੀ। ਦੇਖੋ ਅਗਰ ਇਹ ਨਾ ਚੀਜ਼ਾਂ ਕੀਤੀਆਂ ਜਾਂਦੀਆਂ ਜੀ ਤੇ ਜਿੰਨਾ ਕੁਛ ਚੱਲ ਰਿਹਾ ਇਹ ਹੋ ਸਕਦਾ ਵੀ ਇਹਦਾ ਅੱਜ ਇਫੈਕਟ ਬਹੁਤ ਹੁੰਦਾ। ਆਫਟਰ ਆਲ ਦੇ ਆਰ ਟਰਾਈਂਗ ਟੂ ਕੰਟੇਨ, ਇੰਨਾ ਕਰਦਿਆਂ ਵੀ ਇਹ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਨੇਚਰ ਨੂੰ ਕੰਟਰੋਲ ਕਰਨਾ ਇਹਦੇ ਵਾਸਤੇ ਬਹੁਤ ਐਫਰਟਸ ਦੀ ਲੋੜ ਹੈ। ਹੁਣ ਇੱਥੇ ਇਹਨਾਂ ਮੀਟਿੰਗਾਂ ਦੇ ਵਿੱਚ 4 ਚੀਜ਼ਾਂ ਕੀਤੀਆਂ ਜਾਣਗੀਆਂ। ਇੱਕ ਤਾਂ ਇਹ ਹੈ ਕਿ ਵੀ ਹੈਵ ਟੂ ਸਿਕਿਉਰ ਗਲੋਬਲ ਨੈਟ ਜ਼ੀਰੋ ਐਮਿਸ਼ਨ ਟਾਰਗੇਟਸ, ਉਹ ਜਿਹੜੇ ਹੈਗੇ ਉਹ ਸਿਕਿਉਰ ਕਰਨੇ ਆ ਵੀ ਉਹਦੇ ਨਾਲ ਜਿਹੜਾ 2030 ਤੱਕ ਦਾ ਟਾਰਗੇਟ ਆ ਉਹ ਪੂਰਾ ਕੀਤਾ ਜਾਏ। ਅਲਟੀਮੇਟਲੀ 250 'ਚ ਵੀ ਪੂਰਾ ਹੋਵੇ ਤੇ ਗਾਂ ਉਹ ਚੱਲਦਾ ਰਹੇ 2100 ਤੱਕ। ਇਹਦੇ ਨਾਲ ਸਾਨੂੰ ਜਿਹੜੀ ਕਲਾਈਮੇਟ ਹੈ ਉਹਦੇ ਵਿੱਚ ਅਡੈਪਟੇਸ਼ਨ ਕਰਨ ਦੀ ਲੋੜ ਹੈ, ਰੈਜ਼ੀਲੀਐਂਟ ਇਨਫਰਾਸਟ੍ਰਕਚਰ ਬਣਾਉਣ ਦੀ ਲੋੜ ਹੈ। ਸੋ ਜਿਹੜੀਆਂ ਕਮਿਊਨਿਟੀਜ਼ ਕੋਸਟਲ ਕਮਿਊਨਿਟੀਜ਼ ਹੈ ਉਹਨਾਂ ਨੂੰ ਇਹਨਾਂ ਦੇ ਇੰਪੈਕਟ ਤੋਂ ਬਚਾਇਆ ਜਾਏ। ਹੁਣ ਇਹਦੇ ਵਾਸਤੇ ਸਾਰੇ ਦੇ ਵਾਸਤੇ ਬਹੁਤ ਪੈਸੇ ਦੀ ਲੋੜ ਹੈ। ਸੋ ਇਹ ਕੰਟਰੀਜ਼ ਇੱਥੇ ਆਪਣੀਆਂ ਕਮਿਟਮੈਂਟ ਕਰਨਗੇ, ਬਾਈਲੇਟਰਲ ਕੰਟਰੈਕਟ ਹੋਣਗੇ, ਮਲਟੀਲੈਟਰਲ ਕੰਟਰੈਕਟ ਹੋਣਗੇ, ਇਸ ਕਿਉਂਕਿ ਫੰਡਸ ਨੂੰ ਰੇਜ਼ ਕੀਤਾ ਜਾਏਗਾ। ਫਿਰ ਇਹਨਾਂ ਸਾਰਿਆਂ ਦੇ ਅੱਗੋਂ ਇਹ ਬਹੁਤ ਜ਼ਰੂਰੀ ਹੈ ਕਿ ਦੇ ਹੈਵ ਟੂ ਵਰਕ ਟੂਗੈਦਰ। ਸੋ ਹੁਣ ਇਹਦੇ 'ਚ ਹੈ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਜਿਹੜਾ ਨੈਟ ਜ਼ੀਰੋ ਕਾਰਬਨ ਐਮਿਸ਼ਨ ਟਾਰਗੇਟ 2050 ਦਾ ਉਹ ਔਨ ਟਰੈਕ ਨਹੀਂ ਹੈ। ਅੱਜ ਦੇ ਦਿਨ 'ਚ ਜਿਹੜੀ ਤੁਸੀਂ ਹੁਣੇ ਕੁਐਸਚਨ ਕੀਤਾ ਸੀ, ਇੰਨਾ ਕਰਨ ਦੇ ਬਜਾਏ ਵੀ ਉਹ ਟਰੈਕ ਤੇ ਨਹੀਂ ਹੈ। ਉਹਦੀਆਂ ਜਿਹੜੀਆਂ ਗਲੋਬਲ ਲਿਮਿਟਸ ਹੈ ਉਹ 1.5 ਡਿਗਰੀ ਤੋਂ ਵਧਣ ਦਾ ਪੂਰਾ ਖਦਸ਼ਾ ਹੈ।
ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ 2 ਤੋਂ 3 ਡਿਗਰੀ ਤੱਕ ਵੀ ਇਹ ਜਾ ਸਕਦਾ ਹੈ ਅਗਲੇ 60-70 ਸਾਲਾਂ 'ਚ। ਜੀ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਜਿਹੜੀਆਂ ਕੰਟਰੀਜ਼ ਹੈ ਉਹਨਾਂ ਨੂੰ ਆਪਣੇ ਪ੍ਰੋਗਰਾਮ ਐਕਸਲਰੇਟ ਕਰਨੇ ਪੈਣਗੇ ਟੂ ਫੇਜ਼ ਆਊਟ ਕੋਲ। ਉਹਨਾਂ ਨੂੰ ਜਿਹੜੀ ਰੀਨਿਊਏਬਲ એનર્ਜੀ 'ਚ ਇਨਵੈਸਟਮੈਂਟਸ ਹੈ ਫਾਈਨੈਂਸ਼ੀਅਲ ਜ਼ਿਆਦਾ ਕਰਨੀਆਂ ਪੈਣਗੀਆਂ। ਜੰਗਲਾਂ ਨੂੰ ਕੱਟਣਾ ਬੰਦ ਕਰਨਾ ਪਏਗਾ, ਘਟਾਉਣਾ ਪਏਗਾ। ਤੇ ਜਿਹੜੀ ਸਪੀਡ ਹੈ ਆਪਣੇ ਵਹੀਕਲ ਪੈਟਰੋਲ ਡੀਜ਼ਲ ਦੇ ਬੰਦ ਕਰਨ ਦੀ ਉਹ ਵੀ ਤੇਜ਼ ਕਰਨੀ ਪਏਗੀ। ਸੋ ਅੱਜ ਤੱਕ ਇਹਦੇ 'ਚ ਪ੍ਰੋਗਰੈਸ ਕੀ ਹੋਈ ਹੈ ਇਸ ਕੰਮ 'ਚ? ਇਸ ਕੰਮ 'ਚ 70% ਜਿਹੜੀਆਂ ਵਰਲਡ ਇਕਾਨਮੀਜ਼ ਹੈ ਉਹਨਾਂ ਨੇ ਕਮਿਟ ਕੀਤਾ ਨੈਟ ਜ਼ੀਰੋ ਵਾਸਤੇ। ਜੀ ਜੀ। ਸੋ ਮੋਰ ਦੈਨ 80% ਕੰਟਰੀਜ਼ ਹੈ ਜਿਹੜੀਆਂ ਉਹਨਾਂ ਨੇ ਆਪਣੇ ਜਿਹੜੇ ਨੈਸ਼ਨਲ ਟਾਰਗੇਟਸ ਹੈ ਉਹ ਅਪਡੇਟ ਕੀਤੇ ਗਏ ਸੋ ਦੈਟ ਉਹਨਾਂ ਨੇ ਉਹਨੂੰ ਸਪੀਡ ਅਪ ਕੀਤਾ। ਜਿਹੜੀਆਂ G7 ਕੰਟਰੀਜ਼ ਸੀਗੀਆਂ ਉਹਨਾਂ ਨੇ ਵੀ ਆਪਣੇ ਨਵੇਂ ਟਾਰਗੇਟ ਜਿਹੜੇ ਹੈ ਉਹ ਡਿਸਕਸ ਕੀਤੇ। ਹੁਣ ਜਿਹੜੀ ਸੋਲਰ ਤੇ ਵਿੰਡ એનર્ਜੀ ਅੱਜ ਕੱਲ ਨਵੀਂ ਟੈਕਨੋਲੋਜੀ ਦੇ ਲਿਹਾਜ਼ ਨਾਲ ਲਾਉਣੀ ਅੱਜ ਕੱਲ ਸਸਤੀ ਹੈ ਇੱਕ ਨਵੇਂ ਥਰਮਲ ਪਲਾਂਟ ਬਣਾਉਣ ਨਾਲੋਂ। ਸੋ ਇਹ ਵੀ ਇੱਕ ਵਰਕਆਊਟ ਕੀਤਾ ਗਿਆ ਕਿ ਉਹ ਸਸਤੀ ਬਣੇਗੀ ਔਰ ਉਹ ਲੋਕ ਪੈਣਗੇ। ਡਾਕਟਰ ਸਾਹਿਬ ਇੱਥੇ ਥਰਮਲ ਤੇ ਸੋਲਰ ਦੇ ਉੱਤੇ ਕੁਐਸਚਨ ਹੋਰ ਖੜੇ ਹੋ ਜਾਂਦੇ ਆ। ਮੈਂ ਜ਼ਰੂਰੀ ਤੁਹਾਡੇ ਤੋਂ ਇਸ ਚੀਜ਼ ਦਾ ਆਨਸਰ ਜ਼ਰੂਰ ਲਵਾਂਗਾ ਅਤੇ ਨਾਲੇ ਮੇਰਾ ਇੱਕ ਕੁਐਸਚਨ ਹੋਰ ਹੈ ਇਸ ਤੋਂ ਬਾਅਦ, ਪਰ ਉਹ ਆਪਾਂ ਲਵਾਂਗੇ ਬ੍ਰੇਕ ਤੋਂ ਬਾਅਦ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਸਰਦਾਰ ਡਾਕਟਰ ਰਛਪਾਲ ਸਿੰਘ ਬਾਜਵਾ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁੰਨਾ। ਅੱਜ ਬਹੁਤ ਸੋਹਣਾ ਟਾਪਿਕ ਲੈ ਕੇ ਅੱਜ ਆਪਾਂ ਹੈ ਗਲੋਬਲ ਵਾਰਮਿੰਗ ਤੇ ਜਿਹੜੀ COP ਚੱਲ ਰਹੀ ਹੈ ਗਲਾਸਗੋ ਸਕਾਟਲੈਂਡ ਦੇ ਵਿੱਚ। ਸਾਰੇ ਕੁਐਸਚਨਾਂ ਦਾ ਆਨਸਰ ਤੇ ਐਲੈਬੋਰੇਸ਼ਨ ਦੇ ਰਹੇ ਨੇ ਡਾਕਟਰ ਰਛਪਾਲ ਸਿੰਘ ਬਾਜਵਾ। ਡਾਕਟਰ ਸਾਹਿਬ ਬ੍ਰੇਕ ਤੋਂ ਪਹਿਲਾਂ ਤੁਸੀਂ ਕਰ ਰਹੇ ਸੀ ਥਰਮਲ ਦੀ ਗੱਲ, ਚਲੋ ਆਪਾਂ ਕੰਟੀਨਿਊ ਕਰਾਂਗੇ, ਪਰ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਹੈਗਾ ਕਿ ਪਾਪੂਲੇਸ਼ਨ ਕੰਟਰੋਲ ਆਪਾਂ ਤੁਸੀਂ ਗੱਲ ਕੀਤੀ ਸੀਗੀ ਕਿ ਵਹੀਕਲ ਜਿਹੜੇ ਹੈਗੇ ਡੀਜ਼ਲ ਪੈਟਰੋਲ ਦੇ, ਯਾਨੀ ਕਿ ਜਿਹੜਾ ਪੋਲਿਊਸ਼ਨ ਆ ਉਹਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਇਸ ਚੀਜ਼ ਵਾਸਤੇ ਕਿ ਪਾਪੂਲੇਸ਼ਨ ਵੀ ਇਹਦੇ ਵਿੱਚ ਕੋਆਰਡੀਨੇਟ ਕਰਦਾ, ਕੋਈ ਕੋਆਪਰੇਟ ਕਰਦਾ ਇਸ ਚੀਜ਼ ਨੂੰ ਵਧਾਉਣ ਲਈ। ਜਿੱਦਾਂ ਕਿ ਮੈਂ ਤਾਂ ਗੱਲ ਕਰ ਰਿਹਾ ਕਿ ਇੰਡੀਆ ਦੇ ਵਿੱਚ ਚਲੇ ਜਾਓ, ਜਿਹੜੇ ਪਿੰਡ ਸੀ ਉਹ ਕਸਬੇ ਬਣੇ ਹੋਏ ਆ, ਹਰੇਕ ਘਰ 'ਚ ਧੂੰਆਂ ਤਾਂ ਚੁੱਲ੍ਹਾ ਤਾਂ ਬਲੂਗਾ ਨਾ, ਮੰਨਦੇ ਇਸ ਗੱਲ ਨੂੰ? ਇੰਡੀਆ ਦੀ ਜਿਹੜੀ ਅੱਜ ਪ੍ਰੈਜ਼ੈਂਟ ਡੇ ਦੀ ਜਿਹੜੀ ਪਾਪੂਲੇਸ਼ਨ ਗਰੋਥ ਹੈ ਉਹ ਤਾਂ ਸਟੇਬਲਾਈਜ਼ ਹੋ ਗਈ ਹੈ। ਉਹ ਤਾਂ ਐਕਚੁਅਲੀ ਅੱਜ ਦੇ ਦਿਨ 'ਚ ਜਿਵੇਂ ਚਾਈਨਾ ਨੇ ਬਹੁਤ ਜ਼ਿਆਦਾ ਘਟਾਤੀ ਸੀ ਉਹ ਅੱਜ ਕੱਲ੍ਹ ਵਧਾ ਰਹੇ ਹੈ ਆਪਣੀ। ਅੱਜ ਕੱਲ੍ਹ ਚਾਈਨਾ ਨਾਲੋਂ ਬੈਟਰ, ਪਰ ਐਕਚੁਅਲੀ ਟੂ ਬਿਗਨ ਵਿਦ ਸਾਡੀ ਪਾਪੂਲੇਸ਼ਨ ਬਹੁਤ ਸੀ। ਪਹਿਲੇ ਜਿਹੜੇ ਅਸੀਂ 50-60 ਸਾਲ ਲੰਘਾਏ ਉੱਥੇ ਅਸੀਂ ਕੋਈ ਇੱਥੇ ਜ਼ਿਆਦਾ ਧਿਆਨ ਨਹੀਂ ਦਿੱਤਾ। ਸੋ ਪਾਪੂਲੇਸ਼ਨ ਕੁਦਰਤੀ ਗੱਲ ਹੈ, ਜਿੰਨੀ ਪਾਪੂਲੇਸ਼ਨ ਘੱਟ ਹੈ ਉਨੀਆਂ ਚੀਜ਼ਾਂ ਜਿਹੜੀਆਂ ਹੈ ਉਹ ਕਾਰਬਨ ਘੱਟ ਬਲੇਗੀ। ਸੋ ਹੁਣ ਅੱਗੋਂ ਆਪਾਂ ਆਉਣੇ ਆ ਇੱਕ ਅਸੀਂ ਹੁਣ ਪਹਿਲਾਂ ਕੀਤਾ ਸੀ ਵੀ ਮੋਬਿਲਾਈਜ਼ ਜਿਹੜੇ ਨੈਟ ਜ਼ੀਰੋ ਵਾਸਤੇ ਕੀ ਕਰਨਾ। ਇਹਦੋਂ ਅੱਗੇ ਹੈ ਕਿ ਵਾਈ ਦੇਅਰ ਇਜ਼ ਏ ਬੜੀ ਅਰਜੈਂਟ ਨੀਡ ਅੱਜ ਅਡਾਪਟ ਕਰਨ ਦੀ ਤੇ ਪ੍ਰੋਟੈਕਟ ਕਰਨ ਦੀ ਕਮਿਊਨਿਟੀਜ਼ ਨੂੰ, ਉਹਨਾਂ ਦੇ ਹੈਬਿਟੈਟ ਬਚਾਉਣ ਨੂੰ। ਉਹ ਪੂਅਰ ਕੋਸਟਲ ਕਮਿਊਨਿਟੀਜ਼ ਹੈ, ਉੱਥੇ ਜਿਹੜੇ ਕਲਾਈਮੇਟ ਕੰਟਰੋਲ ਦੇ ਇੰਪੈਕਟ ਬਚਾਉਣ ਵਾਸਤੇ ਬਹੁਤ ਫੰਡਿੰਗ ਦੀ ਲੋੜ ਹੈ। ਜਿਹੜੇ ਕਿ ਉਹਨਾਂ ਦੇ ਅਰਲੀ ਵਾਰਨਿੰਗ ਸਿਸਟਮ ਲਾਏ ਜਾਣ, ਉੱਥੇ ਫਲੱਡ ਆਉਣਾ ਹੈ, ਡਰਾਟਸ ਆਉਣੀਆਂ 6 ਮਹੀਨੇ ਬਾਅਦ ਦਾ ਮੈਟਰੋਲੋਜੀਕਲ ਜਿਹੜੇ ਆਪਣੀਆਂ ਕੰਡੀਸ਼ਨਸ ਹੈ ਉਹ ਪ੍ਰੈਡਿਕਟ ਕੀਤੀਆਂ ਜਾਣ। ਮੁੜ ਕੇ ਡਿਫੈਂਸ ਕੀਤੀ ਜਾਏ ਫਲੱਡਸ ਵਾਸਤੇ, ਜੇ ਪੁਲ ਬਣਨੇ ਆ, ਬੰਨ ਬਣਨੇ ਆ, ਜੇ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਕਰਨੀਆਂ। ਪਰ ਇਸ ਤੋਂ ਅੱਗੇ ਜਿਹੜੀ ਸਾਡੀ ਐਗਰੀਕਲਚਰ ਹੈ ਉਹਨੂੰ ਰੈਜ਼ੀਲੀਐਂਟ ਬਣਾਉਣ ਦੀ ਲੋੜ ਹੈ। ਉਹਦੇ ਵਾਸਤੇ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਗਵਰਨਮੈਂਟ ਜਿਹੜੀ ਸਬਸਿਡੀਜ਼ ਹੈ ਉਹਨਾਂ ਨੂੰ ਕਲਾਈਮੇਟ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਨਾਲ ਜੋੜ ਦੇਣਾ ਚਾਹੀਦਾ। ਹੁਣ ਇਹਦਾ ਅੱਜ ਦੇ ਦਿਨ 'ਚ 2019 'ਚ 140 ਕੰਟਰੀਜ਼ ਹੋ ਗਈਆਂ ਜਿਨ੍ਹਾਂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਹੈ, ਉਹਨੂੰ ਕਹੀਦਾ ਐਡੈਪਟੇਸ਼ਨ ਐਕਸ਼ਨ ਕੋਲੀਸ਼ਨ। ਉਹ 140 ਕੰਟਰੀ ਜਿਹੜਾ ਐਗਰੀਮੈਂਟ ਸਾਈਨ ਹੋਇਆ ਹੈ ਥਰੂ COP ਹੋਇਆ। ਹਾਂਜੀ, ਇਹ ਸਭ ਇਸੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਇਹ ਇਹਨਾਂ ਮੀਟਿੰਗਾਂ ਤੇ ਹੀ ਡਿਸਕਸ ਹੋਣੀ ਹੈ। ਜੀ ਜੀ ਜੀ। ਪਰ ਇਸ ਤੋਂ ਅੱਗੇ ਉਹਦੇ ਵਿੱਚ ਇਹਨਾਂ ਦੀ ਜਿਹੜੀ ਰੇਸ ਟੂ ਰੈਜ਼ੀਲੀਐਂਸ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਬਈ ਰੈਜ਼ੀਲੀਐਂਟ
ਟੈਕਨੋਲੋਜੀ ਲਾਈਆਂ ਜਾਣਗੀਆਂ, ਫੋਰਕਾਸਟ ਕੀਤੀਆਂ ਜਾਣਗੀਆਂ, ਉਹਨਾਂ ਕੰਟਰੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਫਿਰ ਅੱਗੋਂ ਰਿਸਕ ਇਨਫੋਰਮੇਸ਼ਨ ਐਕਸ਼ਨ ਪਲਾਨ ਬਣ ਰਹੀ ਹੈ ਬਈ ਰਿਸਕ ਅਸੈਸਮੈਂਟ ਕਰਨ ਵਾਸਤੇ ਉਹ 40 ਕੰਟਰੀਜ਼ ਨੇ ਕੋਈ ਨਵਾਂ ਉੱਥੇ ਐਗਰੀਮੈਂਟ ਸਾਈਨ ਕੀਤਾ ਹੈ। ਔਰ ਇਹਦੇ ਵਾਸਤੇ ਜਿਹੜੀ ਰਿਸਕ ਇਨਫੋਰਮੇਸ਼ਨ ਐਕਸ਼ਨ ਹੈ ਉਹਨੂੰ ਅਵੇਲੇਬਲ ਕਰਨਗੇ 1 ਮਿਲੀਅਨ ਪੀਪਲ ਵਾਸਤੇ। ਸੋ ਇਹ ਕਾਫੀ ਜਿਹੜਾ ਹੈ ਇਹਦੇ ਤੇ ਕੰਮ ਜਿਹੜਾ ਹੈ ਚੱਲ ਰਿਹਾ। ਹੁਣ ਅੱਗੋਂ ਆ ਗਿਆ ਜਿਹੜੀ ਮੋਬਿਲਾਈਜ਼ ਫਾਈਨੈਂਸਿਸ ਉਹ ਕਿਵੇਂ ਕਰਨੀ ਹੈ, ਇਹ ਸਾਰੇ ਕੰਟਰੀਜ਼ ਨੇ ਇਹ ਵੀ ਡਿਸਕਸ ਕਰਨਾ। ਹਰ ਕੰਟਰੀ ਤੋਂ ਕਮਿਟਮੈਂਟ ਲਈ ਜਾਏਗੀ। ਇੱਥੇ ਮਤਲਬ ਇਹ ਹੈ ਕਿ ਇੱਥੇ ਬਾਈਂਡਿੰਗ ਨਹੀਂ ਹੁੰਦੀ, ਪਰ ਇਹ ਆਪਣੀਆਂ ਮੋਸਟਲੀ ਜਿਹੜੀਆਂ ਕਮਿਟਮੈਂਟਸ ਹੈ ਉਹ ਕੰਟਰੀਆਂ ਪੂਰੀ ਕਰ ਦਿੰਦੀਆਂ। ਪਰ ਕਈ ਵਾਰ ਤੁਹਾਨੂੰ ਇਹ ਪਤਾ ਵੀ ਕੰਟਰੀ ਦੇ ਡਿਊਰਿੰਗ ਕੱਲ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਆਪਣੇ ਕੰਟਰੀ 'ਚ ਕੀ ਹੋ ਜਾਣਾ, ਕੋਈ ਸੋਸ਼ਲ ਕਨਫਲਿਕਟ ਹੋਵੇ, ਕੋਈ ਸਾਡੇ ਖੁਦ ਕੋਈ ਇਹੋ ਜਿਹੀ ਕੋਈ ਪੋਲੀਟੀਕਲ ਮੂਵਮੈਂਟ ਹੋ ਗਈ, ਉਹਦੇ ਨਾਲ ਫਿਰ ਫੰਡ ਦਾ ਲੈਣਾ ਦੇਣਾ ਅੱਗਾ ਪਿੱਛਾ ਹੋ ਜਾਂਦਾ। ਪਰ ਇਹਦੇ ਵਾਸਤੇ ਇਨਕਰੀਜ਼ ਫੰਡਿੰਗ ਕਰਨੀ ਪਏਗੀ। ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਉਹਨਾਂ ਨੂੰ ਸਪੋਰਟ ਦੀ ਜ਼ਿਆਦਾ ਲੋੜ ਹੈ, ਡਿਵੈਲਪ ਕੰਟਰੀ ਨੂੰ ਜ਼ਿਆਦਾ ਕਰਨਾ ਪਏਗਾ। 2010 ਦੇ ਵਿੱਚ ਡਿਵੈਲਪ ਕੰਟਰੀ ਨੇ ਇੱਕ $100 ਬਿਲੀਅਨ ਪਰ ਸਾਲ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਕਿ ਕੋਈ $80 ਬਿਲੀਅਨ ਦਿੱਤਾ ਜਾ ਰਿਹਾ। ਦੇ ਆਰ ਬਿਹਾਈਂਡ ਬਾਈ 20 ਬਿਲੀਅਨ। ਹੁਣ ਇਹ ਜਿਹੜੀਆਂ ਚੀਜ਼ਾਂ ਹੈ ਔਰ ਇਹ ਪ੍ਰਾਈਵੇਟ ਇਨਵੈਸਟਮੈਂਟ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟ੍ਰਿਲੀਅਨਸ ਆਫ ਡਾਲਰਸ ਪ੍ਰਾਈਵੇਟ ਇਨਵੈਸਟਰ ਤੋਂ ਇਹਨਾਂ ਵਿੱਚ ਲਵਾਇਆ ਜਾਏਗਾ। ਤੇ ਜਿਹੜੇ ਮਲਟੀਲੈਟਰਲ ਡਿਵੈਲਪਮੈਂਟਲ ਬੈਂਕ ਹੈ, ਇੱਕ ਤਾਂ ਹੁੰਦਾ ਸੈਂਟਰਲ ਬੈਂਕ, ਇੱਕ ਡਿਵੈਲਪਮੈਂਟਲ ਬੈਂਕ ਹੁੰਦੇ ਆ ਜਿਵੇਂ ਵਰਲਡ ਬੈਂਕ ਹੈ, ਕਈ ਹੋਰ ਇੰਸਟੀਟਿਊਸ਼ਨਸ ਹੈ, ਉਹਨਾਂ ਨੇ ਕੋਈ $42 ਬਿਲੀਅਨ ਦੇਣ ਦਾ ਜਿਹੜਾ ਪ੍ਰੋਮਿਸ ਹੈ ਉਹ ਕਰਨਗੇ। ਔਰ ਇੱਕ ਗਲਾਸਗੋ ਫਾਈਨੈਂਸ਼ੀਅਲ ਅਸਿਸਟੈਂਟ ਅਲਾਇੰਸ ਬਣੀ ਹੈ, ਉਹਦਾ ਨਾਂ ਉੱਤੇ ਰੱਖਿਆ ਉਸ ਸ਼ਹਿਰ ਦੇ ਨਾਂ ਤੇ। ਉਹਨਾਂ ਨੇ ਕੋਈ $70 ਟ੍ਰਿਲੀਅਨ ਦੇ ਜਿਹੜੇ ਅਸੈਟਸ ਹੈ ਜਿੱਤੇ ਜਿਹੜੇ ਉਹਦੇ ਵਿੱਚ ਉਹ ਇਨਕਲੂਡ ਕਰਨਗੇ। ਮਤਲਬ ਇਹ ਡਿਫਰੈਂਟ ਕੰਟਰੀਜ਼ ਦੀਆਂ ਡਿਫਰੈਂਟ ਇਕਾਨਮੀਜ਼ ਨੂੰ ਵਿੱਚ ਲੈ ਕੇ ਤੇ ਉਹ ਇੱਕ ਪ੍ਰੋਗਰਾਮ ਬਣੇਗਾ ਔਰ 2050 ਤੱਕ ਹੈ। ਸੋ ਐਕਸਟਰਾ $70 ਟ੍ਰਿਲੀਅਨ ਇਹ 'ਚੋਂ ਬਣਾਇਆ ਜਾਏ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਵੀ ਜਦੋਂ ਇੰਨਾ ਪੈਸਾ ਇਹਦੇ 'ਚ ਇਨਵੋਲਵ ਹੈ ਤੇ ਨੈਚੁਰਲੀ ਇਹਦੇ 'ਚ ਅਪਰਚੁਨਿਟੀ ਹੈ, ਇਹਦੇ 'ਚ ਫਿਊਚਰ ਹੈ, ਇਹਦੇ 'ਚ ਨੌਕਰੀਆਂ। ਸੋ ਇਹ ਸਾਰੇ ਕੰਟਰੀਜ਼ ਨੂੰ ਇਹਦੇ 'ਚ ਬਹੁਤ ਜ਼ਿਆਦਾ ਹਮਲਾ ਮਾਰਨਾ ਚਾਹੀਦਾ ਹੈ ਕਿਉਂਕਿ ਇੰਨੀ ਇਨਵੈਸਟਮੈਂਟ ਲੱਗਣੀ ਹੈ। ਸੋ ਚੀਜ਼ ਇਹ ਹੈ ਵੀ ਜਿੰਨੀਆਂ ਕੰਟਰੀਆਂ ਇਹਦੇ 'ਚ ਆਪਣੇ ਕਮਿਟਮੈਂਟ ਕਰਨਗੀਆਂ ਉਹਨਾਂ ਨੂੰ ਇਹ ਫੰਡ ਉਹਨਾਂ ਦੇ ਆਪਣੀਆਂ ਕੰਟਰੀਆਂ 'ਚ ਵੀ ਜਾਣਗੇ, ਨਵੀਆਂ ਨੌਕਰੀਆਂ ਬਣਨਗੀਆਂ, ਗ੍ਰੀਨ ਜਾਬਸ ਬਣਨਗੀਆਂ, ਜਿਹੜਾ ਵਾਤਾਵਰਨ ਹੈ ਉਹ ਆਪਣਾ ਠੀਕ ਹੋਏ। ਹੁਣ ਇਹਦੇ 'ਚ ਇੱਕ ਹੋਰ ਚੀਜ਼ ਹੈ ਕਿ ਕੋਈ 2000 ਆਰਗੇਨਾਈਜੇਸ਼ਨ ਗਲੋਬਲੀ ਇੱਕ ਸਪੋਰਟ ਇੱਕ ਟਾਸਕ ਫੋਰਸ ਬਣੀ ਹੈ ਜਿਹੜੀ ਕਿ ਇਹਨਾਂ ਫਾਈਨੈਂਸ਼ੀਅਲ ਡਿਸਕਲੋਜ਼ਰ ਦਾ ਹਿਸਾਬ ਕਿਤਾਬ ਰੱਖੇਗੀ। ਔਰ ਜਿਹੜੇ 17 ਸੈਂਟਰਲ ਬੈਂਕਸ ਹੈ ਦੁਨੀਆ ਦੇ, ਉਹਨਾਂ ਨੇ ਆਪਣੇ ਰਿਸੋਰਸਿਸ ਕਮਿਟ ਕੀਤੇ ਆ, ਜਿਨ੍ਹਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸਟ੍ਰੈਸ ਟੈਸਟਿੰਗ ਦੇਅਰ ਫਾਈਨੈਂਸ਼ੀਅਲ ਸਿਸਟਮ। ਉਹ ਐਕਚੁਅਲੀ ਕੀ ਹੋਏਗਾ, ਉਹਦੇ ਵਿੱਚ ਇੰਸ਼ੋਰੈਂਸ ਕੀਤੀਆਂ ਜਾਣਗੀਆਂ, ਫਸਲਾਂ ਦੀਆਂ ਇੰਸ਼ੋਰੈਂਸ। ਫਿਰ ਉਹ ਦੇਖਣਗੇ ਵੀ ਜਿੰਨਾ ਕੁ ਅਸੀਂ ਪ੍ਰੀਮੀਅਮ ਰੱਖਦੇ ਹਾਂ ਪਰ ਅਗਰ ਉਹ ਘਾਟਾ ਪੈ ਜਾਂਦਾ ਹੈ ਜ਼ਿਮੀਂਦਾਰਾਂ ਨੂੰ ਉੱਚੋਂ ਪੈਸੇ ਦਿੱਤੇ ਜਾਂਦੇ ਆ, ਕੀ ਸਾਡੀ ਵਾਇਬਿਲਿਟੀ ਹੈ। ਸੋ 17 ਬੈਂਕ ਜਿਹੜੇ ਹੈ ਸੈਂਟਰਲ ਉਹ ਇਸ ਐਕਸਪੈਰੀਮੈਂਟ ਦਾ ਭਾਗ ਬਣੇ। ਸੋ ਰਿਜ਼ਲਟ ਇਹਦੇ ਆਉਣ ਸਮਾਂ ਦੱਸੇਗਾ। ਤੇ ਹੁਣ ਲਾਸਟ ਇਹਦੇ 'ਚ ਇਹ ਆਉਂਦਾ ਮੇਰਾ ਇੱਕ ਕੁਐਸਚਨ ਹੈ ਡਾਕਟਰ ਸਾਹਿਬ, ਲਾਸਟ ਜਾਣ ਤੋਂ ਪਹਿਲਾਂ ਪਹਿਲੀ ਗੱਲ ਤਾਂ ਐਫਰਟਸ ਨੂੰ ਸਲੂਟ ਬਣਦਾ ਹੈ ਕਿ ਐਡੇ ਵੱਡੇ ਐਫਰਟਸ ਬਣ ਰਹੇ ਕਿਉਂਕਿ ਇਹਦੇ ਵਿੱਚ ਮਨੀ ਚਾਹੀਦੀ ਹੁੰਦੀ ਹੈ, ਬਹੁਤ ਵੱਡਾ ਜਿਹੜੀ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ। ਗੌਰਮੈਂਟਾਂ ਉੱਤੇ ਕੰਮ ਕਰ ਰਹੀਆਂ ਨੇ। ਇੱਕ ਗੱਲ ਵਿੱਚ ਤੁਸੀਂ ਦੱਸਿਆ ਸੀ 30,000 ਹੈਕਟਰਸ ਦੇ ਵਿੱਚ ਜੰਗਲ ਲਾਏ ਜਾਣਗੇ। ਇਹ ਤਾਂ ਇੰਗਲੈਂਡ ਨੇ ਆਪਦੇ ਤੌਰ ਦੇ ਉੱਤੇ ਉਹਨਾਂ ਨੇ ਫੈਸਲਾ ਲਿਆ ਕਿਉਂਕਿ ਉਹਨਾਂ ਕੋਲ ਪਾਣੀ ਅਵੇਲੇਬਲ ਹੈ। ਜਿਹੜੀਆਂ ਕੰਟਰੀਜ਼ ਕੋਲ ਵਿਚਾਰਿਆਂ ਕੋਲ ਪਾਣੀ ਅਵੇਲੇਬਲ ਨਹੀਂ, ਉਹਨਾਂ ਕੋਲ ਉਹ ਕੀ ਕਰ ਸਕਦੀਆਂ ਬੈਟਰ ਟੂ ਇੰਪਰੂਵ ਔਨ ਦਿਸ ਸਿਚੁਏਸ਼ਨ। ਅਤੇ ਦੂਸਰਾ ਮੇਰਾ ਲਾਸਟ ਵਿੱਚ ਹੈ ਕਿ ਐਜ਼ ਅ ਕਾਮਨ ਮੈਨ, ਐਜ਼ ਅ ਕਮਿਊਨਿਟੀ ਤੁਸੀਂ ਕੀ ਕੰਟਰੀਬਿਊਟ ਕਰ ਸਕਦੇ ਆ ਟੂ ਸਕਸੀਡ ਇਨ ਦਿਸ ਟਾਸਕ। ਹਾਂਜੀ, ਸੋ ਜਿਹਦੇ ਇਹ ਵੀ ਸਮਝੌਤੇ ਨੂੰ ਲਾਗੂ ਕਰਨ ਵਾਸਤੇ ਸਾਰੀ ਕੰਟਰੀਆਂ ਨੂੰ ਇੱਕ ਦੂਜੇ ਨਾਲ ਆਪਣਾ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੈ। ਔਰ ਉਹਦੇ ਵਿੱਚ ਫਿਰ ਜਿਹੜੇ ਪੈਰਿਸ
ਐਗਰੀਮੈਂਟ ਜੋ ਬਣਿਆ ਸੀ ਉਹਨੂੰ ਇੱਕ ਰੂਲ ਬੁੱਕ ਦੀ ਸ਼ੇਪ ਦੇਣ ਦੀ ਅੱਜ ਕੱਲ੍ਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਅੰਬੀਸ਼ਨਸ ਹਰ ਕੰਟਰੀ ਦੇ ਚੰਗੀ ਤਰ੍ਹਾਂ ਡਿਫਾਈਨ ਕੀਤੇ ਜਾਣਗੇ, ਜਿਹੜੇ ਮਿਟੀਗੇਸ਼ਨ ਪ੍ਰੋਸੀਜਰ ਹੈ ਉਹ ਡਿਟੇਲ 'ਚ ਲਿਖੇ ਜਾਣਗੇ, ਅਡੈਪਟੇਸ਼ਨ ਤੇ ਰੈਜ਼ੀਲੀਅੰਸ ਪਾਲਿਸੀਜ਼ ਲਿਖੀਆਂ ਜਾਣਗੀਆਂ। ਫਿਰ ਜਿਹੜੇ ਅਸੀਂ ਸਿਸਟਮ ਬਣਾਉਨੇ ਆ ਉਹਨਾਂ ਵਿੱਚ ਸਾਨੂੰ ਕੌਨਫੀਡੈਂਸ ਡਿਵੈਲਪ ਕਰਨ ਵਾਲੇ ਤਰੀਕੇ ਸੋ ਦੈਟ ਦੇ ਆਰ ਬੈਟਰ ਵਰਕਿੰਗ ਸਿਸਟਮਸ। ਮੁੜ ਕੇ ਯੂਨਾਈਟਿਡ ਨੇਸ਼ਨ 'ਚ ਨੈਗੋਸ਼ੀਏਸ਼ਨ ਜਿਹੜੀਆਂ ਹੁੰਦੀਆਂ ਉਹ ਕੰਸੈਂਸਸ ਬੇਸਡ ਹੈ, ਸੋ ਇਸ ਕਰਕੇ ਜ਼ਿਆਦਾ ਲੋਕਾਂ ਨੂੰ ਉਹਦੇ ਵਿੱਚ ਇਨਵੋਲਵ ਕੀਤਾ ਜਾਏਗਾ। ਪਰ ਅੱਜ ਦੇ ਦਿਨ 'ਚ ਇਹ ਬਹੁਤ ਇੱਕ ਕ੍ਰਿਟੀਕਲ ਨੀਡ ਹੈ ਕਿ ਇਹ ਜਿਹੜੀ ਉੱਥੇ COP26 ਹੋ ਰਹੀ ਹੈ ਇਹ ਸਿਰਫ ਇੱਕ ਟਾਕ ਸ਼ੋ ਬਣ ਕੇ ਨਾ ਰਹਿ ਜਾਵੇ, ਇੱਥੋਂ ਕੁਝ ਨਾ ਕੁਝ ਰਿਜ਼ਲਟ ਜਿਹੜੇ ਉਹ ਬਹੁਤ ਜ਼ਰੂਰੀ ਹੈ ਆਉਣੇ। ਸੋ ਇਸ ਕਰਕੇ ਸਾਰੇ ਜਿਹੜੇ ਇਹਨਾਂ ਦੇ ਮੇਨ ਏਮ ਹੋਏਗਾ ਹਰ ਇੱਕ ਚੀਜ਼ ਦਾ ਉਹ ਨਿਚੋੜ 'ਚ ਇਹ ਹੈ ਕਿ ਵੀ ਗਾਟ ਟੂ ਟਰਾਂਸਫਾਰਮ ਆਵਰ ਵੇਜ਼। ਆਪਾਂ ਨੂੰ ਜਿਹੜੇ ਆਪਣੇ ਰਹਿਣ ਬਹਿਣ ਦੇ ਤਰੀਕੇ ਉਹ ਚੇਂਜ ਕਰਨੇ ਪੈਣਗੇ। ਹਾਊ ਵੀ ਪਾਵਰ ਆਵਰ ਹੋਮਸ, ਹਾਊ ਵੀ ਪਾਵਰ ਆਵਰ ਬਿਜ਼ਨਸ ਉਹ ਚੇਂਜ ਕਰਨੇ ਪੈਣਗੇ। ਹਾਊ ਵੀ ਗਰੋ ਆਵਰ ਫੂਡ ਉਹਨੂੰ ਚੇਂਜ ਕਰਨਾ ਪੈਣਾ। ਸਾਨੂੰ ਡਿਵੈਲਪ ਨਵਾਂ ਇਨਫਰਾਸਟ੍ਰਕਚਰ ਕਰਨੇ ਪੈਣੇ ਹੈ। ਐਂਡ ਹਾਊ ਵੀ ਮੂਵ ਆਵਰ ਗੁੱਡਸ, ਇਹ ਅਸੀਂ ਟਰਾਂਸਪੋਰਟ ਕਿਹੜੀ ਯੂਜ਼ ਕਰਦੇ ਹਾਂ ਔਰ ਅਸੀਂ ਖੁਦ ਕਿਵੇਂ ਆਪਣੇ ਆਪ ਨੂੰ ਮੂਵ ਕਰਦੇ ਹਾਂ। ਸੋ ਹੁਣ ਵੇਖੋ ਨਾ ਜਿਵੇਂ ਅੱਜ ਦੇ ਦਿਨ 'ਚ ਏਰੋਪਲੇਨ ਦੂਜੀਆਂ ਇਹ ਚੀਜ਼ਾਂ ਬੰਦ ਤਾਂ ਨਹੀਂ ਹੋ ਸਕਦੀ ਇਮੀਡੀਏਟਲੀ, ਇਹ ਬੰਦ ਨਹੀਂ ਹੋ ਸਕਦੀ, ਪਰ ਇਹਦੇ 'ਚ ਕਈ ਘਾਟੇ ਵਾਧੇ ਕੀਤੇ ਜਾਣਗੇ। ਕੋਈ ਇਹੋ ਜਿਹੇ ਐਫੀਸ਼ੀਐਂਟ ਫਿਊਲ ਬਣ ਸਕਦੇ ਆ ਜਿਨ੍ਹਾਂ ਦੀਆਂ ਕਾਰਬਨ ਐਮਿਸ਼ਨ ਘੱਟ ਹੋਣਗੀਆਂ। ਸੋ ਹੁਣ ਜਿਹੜੀ ਇਹ ਚੀਜ਼ ਹੈ ਤੁਸੀਂ ਕਿਹਾ ਵੀ ਅਸੀਂ ਕੀ ਕਰ ਸਕਦੇ ਹਾਂ, ਅੱਜ ਦੇ ਦਿਨ 'ਚ ਇਹ ਰੇਸ ਟੂ ਜ਼ੀਰੋ ਹੈ, ਇਹਨੂੰ ਕਹਿੰਦੇ ਆ ਰੇਸ ਟੂ ਜ਼ੀਰੋ, ਉਹੀ ਹੈ ਨੈਟ ਜ਼ੀਰੋ ਟਾਰਗੇਟ ਐਮਿਸ਼ਨ। ਇਹਦੇ 'ਚ ਦੁਨੀਆ ਭਰ 'ਚ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਾਂ ਨਾਟ ਇੰਡੀਵਿਜੂਅਲਸ 3800 ਮੈਂਬਰਸ ਨੇ ਇਹਦੇ 'ਚ, ਵੱਡੀਆਂ ਇੰਸਟੀਟਿਊਸ਼ਨਾਂ, ਬੈਂਕ ਇੰਸਟੀਟਿਊਸ਼ਨਸ, ਹੋਰ ਜਿਹੜੀਆਂ ਸਾਇੰਟੀਫਿਕ ਰਿਸਰਚ ਐਕਸਟੈਂਸ਼ਨ, ਔਰ 15% ਵਰਲਡ ਦੀ ਇਕਾਨਮੀ ਉਹ 3800 ਮੈਂਬਰ ਕੰਟਰੋਲ ਕਰਦੇ ਆ, ਉਹ ਇਹਨਾਂ ਦੇ ਮੈਂਬਰ ਬਣੇ ਆ। 1 ਬਿਲੀਅਨ ਪੀਪਲ ਨੂੰ ਇਹ ਪਾਲਿਸੀਜ਼ ਅਫੈਕਟ ਕਰਨੀਆਂ ਔਰ 21% ਆਫ ਦਾ ਵਰਲਡ ਬਿਗੇਸਟ ਕੰਪਨੀਜ਼ ਜਿਹੜੀਆਂ ਉਹ ਇਹਨਾਂ 3800 ਦੇ ਵਿੱਚ ਮੈਂਬਰ ਬਣੇ ਆ। ਇਹਦੇ ਵਿੱਚ 2300 ਪਲੱਸ ਬਿਜ਼ਨਸਿਸ ਹੈ, 700 ਪਲੱਸ ਸਿਟੀਜ਼ ਹੈ, 160 ਇਨਵੈਸਟਰ ਹੈ, 600 प्लस एजुकेशनल रिसर्च इंस्टीट्यूशंस हैं और 20 प्लस 20 प्लस रीजनस ऑफ द वर्ल्ड। जिवें हुण आपां कंट्रियां ਨੂੰ ਕਈ ਵਾਰੀ ਇੱਕ ਰੀਜਨ ਕਰੀਦਾ ਉਹ 'ਚ ਕਈ ਕੰਟਰੀਜ਼ ਆ ਜਾਂਦੀਆਂ, ਜਿਵੇਂ ਅਫਰੀਕਾ ਰੀਜਨ ਹੋ ਗਿਆ, ਆਪਣਾ ਆਸਟ੍ਰੇਲੀਅਨ ਹੋ ਗਿਆ, ਨਿਊਜ਼ੀਲੈਂਡ। ਤੋਂ ਇਸ ਕਰਕੇ ਸੋ ਇਹ ਜਿਹੜੇ ਹੁਣ ਸਾਰੇ ਇਹਨਾਂ ਦੀ ਕਮਿਟਮੈਂਟ ਹੈ, ਇਹਨਾਂ ਨੇ ਜਿਹੜੇ ਨੈਟ ਜ਼ੀਰੋ ਕਰਨ ਵਾਸਤੇ ਇਹਨਾਂ ਨੂੰ 2030 ਤੱਕ ਅੱਜ ਦੇ ਦਿਨ ਨਾਲੋਂ ਜਿਹੜੇ ਐਮਿਸ਼ਨਸ ਹੈ ਉਹ ਘੱਟ ਅੱਧੇ ਕਰਨੇ ਪੈਣਗੇ। ਅਗਰ ਅਸੀਂ ਨੈਟ ਜ਼ੀਰੋ 2050 'ਚ ਕਰਨਾ ਹੈ ਤੇ 2030 ਤੱਕ ਸਾਨੂੰ ਅੱਜ ਨਾਲੋਂ ਅੱਧੇ ਕਰਨੇ ਪੈਣਗੇ। ਸੋ ਵੇਖੋ ਹੁਣ ਗ੍ਰੀਨ ਹਾਊਸ ਗੈਸਿਸ ਅੱਜ ਦੇ ਦਿਨ ਐਗਰੀਕਲਚਰ ਤੋਂ 33%, ਸੋ ਜੇ 33% ਹੈ ਉਹ 16 ਕਰਨੀਆਂ ਪੈਣਗੀਆਂ। ਇਵੇਂ ਜੇ ਇੰਡਸਟਰੀ 'ਚੋਂ ਫਰਜ਼ ਕਰੋ 33% ਆਲਮੋਸਟ ਉੱਥੋਂ ਹੀ ਹੈ, ਉਹ ਵੀ ਅੱਧੀਆਂ ਕਰਨੀਆਂ ਪੈਣਗੀਆਂ। ਔਰ ਜਿਹੜੀ ਸਾਡੀ ਪਾਵਰ ਐਨਰਜੀ ਹੈ 33 ਜੇ ਉੱਥੋਂ ਹੈ ਤੇ ਉਹ ਵੀ ਘੱਟ ਕਰਨੀਆਂ ਪੈਣਗੀਆਂ। ਸੋ ਇਸ ਕਰਕੇ ਫਿਰ ਜਿਹੜਾ ਨੈਟ ਰਿਜ਼ਲਟ ਇਹਦਾ ਨਿਕਲਣਾ, ਸਾਡੇ ਫੋਰੈਸਟ ਬਚਣਗੇ, ਸਾਡਾ ਐਕੋਸਿਸਟਮ ਠੀਕ ਹੋਏਗਾ, ਸਾਡੀ ਜਿਹੜੀ ਹੈ ਟਰਾਂਸਫਾਰਮੇਸ਼ਨ ਹੋਏਗੀ ਟੁਵਰਡਸ ਸਸਟੇਨੇਬਲ ਐਗਰੀਕਲਚਰ, ਕਲੀਨ ਗ੍ਰੀਨ ਐਨਰਜੀ ਹੋਏਗੀ, ਨਵੀਆਂ ਜੌਬਸ ਹੋਣਗੀਆਂ, ਨਵੇਂ ਮੈਥਡ ਟਰਾਂਸਪੋਰਟ ਦੇ ਹੋਣਗੇ। ਸੋ ਇਹਦੇ 'ਚ ਬੜੀ ਇਕਨੋਮਿਕ ਅਪੋਰਚੁਨਿਟੀਜ਼ ਵੀ ਹੈ। ਜਿਹੜੀ ਮੈਂ ਸਟ੍ਰੈਸ ਕਰਦਾ ਬਈ ਜਿਹੜੇ ਨਵੇਂ ਮੁੰਡੇ ਹੈ ਕਲਾਈਮੇਟ ਦੇ ਵਿੱਚ ਡਿਗਰੀ ਕਰੋ, ਇੱਥੋਂ ਕੋਈ ਆਪਣੀ ਪੜ੍ਹਾਈ ਕਰੋ, ਕਿਉਂਕਿ ਇਹਦੇ ਵਾਸਤੇ ਇਹ ਕਾਫੀ ਲੋਕਾਂ ਦੀ ਹਿਊਮਨ ਕੈਪੀਟਲ ਦੀ ਵੀ ਇਹਦੇ 'ਚ ਲੋੜ ਪੈਣੀ ਹੈ। ਸੋ ਇਹ ਬਹੁਤ ਇੱਕ ਚੰਗਾ ਸਿਸਟਮ ਹੈ। ਔਰ ਇਹ ਦੇਖਣ ਦੀ ਇਹ ਚੀਜ਼ ਹੈ ਇਹਦੇ 'ਚ ਵੀ ਜਿਹੜਾ ਅੱਜ ਦਾ ਦਿਨ ਹੈ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਜਿਹੜੀ ਅਸੀਂ COP26 ਕਰਾ ਰਹੇ ਹਾਂ, ਜਿਹੜੀਆਂ ਫਿਊਚਰ ਜਨਰੇਸ਼ਨਸ ਹੈ, ਜੇ ਤਾਂ ਸਾਡੇ ਤੇ ਅਸੀਂ ਚੰਗਾ ਕੰਮ ਕਰਾਂਗੇ ਤਾਂ ਉਹ ਸਾਡੇ ਤੇ ਖੁਸ਼ ਹੋਣਗੇ, ਦੇ ਵਿਲ ਬੀ ਹੈਪੀ।
ਅਦਰਵਾਈਜ਼ ਉਹ ਸਾਨੂੰ ਕੋਸਣਗੀਆਂ ਵੀ Right. ਤੁਹਾਨੂੰ ਇਹ ਟਾਈਮ ਸੀਗਾ ਤੁਸੀਂ ਲਗਾਤਾ ਕੁਝ ਨਹੀਂ ਕੀਤਾ। ਸੋ ਜੀ, ਇਸ ਜੀ। ਕਰਕੇ ਸਾਨੂੰ ਡਾਕਟਰ ਸਾਹਿਬ ਅੱਜ ਤੁਸੀਂ ਦੇ ਬਹੁਤ ਸੋਹਣਾ ਐਲੈਬੋਰੇਟ ਕੀਤਾ। ਆਪਣੇ ਕੋਲ ਵਕਤ ਜ਼ਿਆਦਾ ਨਹੀਂ ਹੈ, ਮੈਂ ਇੱਕ ਮਿੰਟ ਹੀ ਕਹੂੰਗਾ, ਤੁਸੀਂ ਕੋਈ ਵਾਈਂਡ ਅਪ ਐਟ ਦੀ ਐਂਡ ਤੁਸੀਂ ਕਹਿਣਾ ਤਾਂ ਜ਼ਰੂਰ ਕਹੋ, ਤਾਂ ਮੈਂ ਆਪ ਦਾ ਇੱਕ ਦੋ ਵਰਡ ਸਾਂਝੇ ਜ਼ਰੂਰ ਕਰੂੰਗਾ ਜੀ ਡਾਕਟਰ ਸਾਹਿਬ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਲਾਸਟ ਕਮੈਂਟ ਇਹ ਹੈ ਕਿ ਆਫਟਰ ਡੂਇੰਗ ਸੋ ਮਚ since first COP of 1995 ਜੀ 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 still ਅਸੀਂ ਕੋਈ ਵੀ ਇੱਕ ਸਾਹ ਲੈਂਦੇ ਆ ਉਹ ਵੀ ਖਤਰਨਾਕ ਹੈ। ਰਾਈਟ ਉਹ ਜਿਹੜੀ ਹਵਾ ਹੈ ਉਹ ਡੇਂਜਰਸ। ਜੇ ਅਸੀਂ ਜੀ। ਇੱਕ ਕੌਂਸ ਪਾਣੀ ਵੀ ਪੀਂਦੇ ਆ ਉਹ ਵੀ ਬਹੁਤ ਥਾਵਾਂ ਤੇ ਸਾਫ਼ ਨਹੀਂ ਹੈ, ਜੀ ਜੀ ਉਹਦੇ ਤੇ ਵੀ ਖਤਰਾ ਹੈ। ਜੀ ਔਰ ਜਿਹੜੀਆਂ ਸਾਡੀਆਂ ਸਰਾਊਂਡਿੰਗਸ ਹੈ, ਜਿਹੜੀ ਸਾਡੀ 에ਅਰ, ਲੈਂਡ, ਸਟਰੀਮਸ ਐਂਡ ਰਿਵਰ, ਉਹ ਵੀ ਜਿਹੜੀ ਹੈ ਗ੍ਰੀਨ ਹਾਊਸ ਗੈਸਿਸ ਅਮਿਟ ਕਰ ਰਹੀ ਹੈ। ਰਾਈਟ ਫਿਰ ਇਹ ਦੇਖੋ ਵੀ ਅੱਜ ਦੇ ਦਿਨ ਇੰਨਾ ਕਰਕੇ ਹਾਲੇ ਵੀ ਖਤਰਾ ਜਿਹੜਾ ਹੈ ਉਹ ਬਰਾਬਰ ਮੰਡਰਾ ਰਿਹਾ ਹੈ। ਇਸ ਤੋਂ ਇਹ ਹੈ ਮੇਰਾ ਕਹਿਣ ਦਾ ਭਾਵ ਕਿ ਇਹ ਇੱਕ ਬੜਾ ਸੀਰੀਅਸ ਟਾਪਿਕ ਹੈ। ਸਾਨੂੰ ਸਾਰਿਆਂ ਨੂੰ ਇਹਨੂੰ ਸੀਰੀਅਸਲੀ ਸੋਚ ਵਿਚਾਰ ਕਰਕੇ ਔਰ ਕਲਾਈਮੇਟ ਨੂੰ ਕਲੀਨ ਕਰਨਾ, ਗ੍ਰੀਨ ਹਾਊਸ ਗੈਸਿਸ ਘਟਾਉਣੀਆਂ, ਨੈਟ ਜ਼ੀਰੋ ਐਮਿਸ਼ਨ ਕਰਨੀਆਂ, ਟੈਂਪਰੇਚਰ ਦੀ ਇਨਕਰੀਜ਼ ਨੂੰ ਘਟਾਉਣਾ। ਸੋ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਸੋਹਣਾ ਐਲੈਬੋਰੇਟ ਕੀਤਾ। ਮੈਂ ਆਪਦੇ ਇਸ ਮੰਚ ਤੋਂ ਇਹ ਚੀਜ਼ਾਂ ਜੇ ਕੋਈ ਵੱਡਾ ਲੀਡਰ ਆਉਂਦਾ ਜਾਂ ਕੋਈ ਵੱਡੀ ਹੋਰ ਸ਼ਖਸੀਅਤ ਆਉਂਦੀ ਤੁਹਾਡੇ ਵਰਗੀ ਉਹਨਾਂ ਨਾਲ ਸਾਂਝੀ ਕਰਦਾ ਰਹਿਣਾ। ਤੋਮਤਾਂ ਤਾਂ ਲੱਗਦੀਆਂ ਰਹਿੰਦੀਆਂ ਪੋਲੀਟੀਕਲ ਕਰੀਅਰ ਦੇ ਵਿੱਚ ਇੱਕ ਦੂਜੇ ਦੇ ਉੱਤੇ, ਉਹਨੂੰ ਛੱਡ ਕੇ ਜੇ ਆਪਾਂ ਗੱਲ ਕਰੀਏ, ਜੇ ਆਪਾਂ ਮੈਂ ਦਰਸ਼ਕਾਂ ਨੂੰ ਬੜਾ ਈਜ਼ੀ ਜਿਹਾ ਕਰ ਦਿੰਦਾ ਕਿ ਆਹ ਜਿਹੜੀ ਕਾਨਫਰੰਸ ਹੈ ਬੇਸਿਕਲੀ ਇਹ ਇਸ ਚੀਜ਼ ਵਾਸਤੇ ਹੈ ਕਿ ਤੁਸੀਂ ਅਬੋਹਰ ਫਾਜ਼ਿਲਕਾ ਵੱਲ ਚਲੇ ਜਾਓ, ਮਾਲਵਾ ਏਰੀਆ 'ਚ ਚਲੇ ਜਾਓ, ਸਾਰਾ ਪਾਣੀ ਪੋਲਿਊਟਡ ਹੈ। ਕੈਂਸਰ ਟ੍ਰੇਨ ਜਾਂਦੀ, ਕੈਂਸਰ ਐਕਸਪ੍ਰੈਸ ਕਹਿੰਦੇ, ਜਿਹੜੀ ਬਠਿੰਡੇ ਤੋਂ ਚੱਲ ਕੇ ਬੀਕਾਨੇਰ ਕੈਂਸਰ ਹਸਪੀਟਲ 'ਚ ਲੋਕ ਜਾਂਦੇ, ਤਾਂ ਉਹਦਾ ਨਾਂ ਕੈਂਸਰ ਟ੍ਰੇਨ ਰੱਖਿਆ ਗਿਆ। ਮੈਂ ਹਰ ਮੁੱਦੇ ਤੇ ਹਰ ਜਦੋਂ ਕੋਈ ਕੰਮ ਲੀਡਰ ਆਉਂਦਾ ਹੈ ਉਹਨਾਂ ਕੋਲ ਚੱਕਦਾ ਕਿ ਇਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ। ਬੇਸਿਕਲੀ ਉਹ ਤਾਂ ਇਕੱਲੇ ਪੰਜਾਬ ਦੀ ਗੱਲ ਹੋਊਗੀ, ਆਪਾਂ ਗੱਲ ਕਰ ਰਹੇ ਕਿ ਹੁਣ ਪੂਰੇ ਵਰਲਡ ਦੇ ਵਿੱਚ ਜਿਹੜੀ COP ਬਣੀ ਹੈ ਇਹ ਬਹੁਤ ਵਧੀਆ ਸੋ ਫਾਰ 1995 'ਚੋਂ ਕੰਮ ਕਰ ਰਹੀ ਹੈ, ਪਰ ਲੋਕਾਂ ਨੂੰ ਇਹ ਸ਼ਿਓਰ ਨਹੀਂ ਸੀਗਾ ਕਿ ਹੁੰਦਾ ਕੀ ਹੈ, ਉਹ ਕਰ ਕੀ ਰਿਹਾ ਸੋ ਫਾਰ। ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣਾ ਐਲੈਬੋਰੇਟ ਕੀਤਾ, ਲੋਕਾਂ ਨੂੰ ਜਾਣੂ ਕਰਵਾਇਆ। ਆਉਣ ਵਾਲੇ ਸਾਲ ਦੇ ਵਿੱਚ ਜਦੋਂ COP ਹੋਊਗੀ ਆਪਾਂ ਫਿਰ ਪ੍ਰੋਗਰਾਮ ਇੱਦਾਂ ਹੀ ਲਾਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ, ਤੁਹਾਡਾ ਵੀ ਧੰਨਵਾਦ। ਔਰ ਤੁਹਾਡੇ ਸਭ ਜਿਹੜੇ ਸਰੋਤੇ ਹੈ ਦੇਸ਼ ਪ੍ਰਦੇਸ਼ 'ਚ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਇਹ ਸਨ ਡਾਕਟਰ ਯਸ਼ਪਾਲ ਸਿੰਘ ਬਾਜਵਾ, ਜਿਹੜੀ ਗਲੋਬਲ ਵਾਰਮਿੰਗ ਹੈ ਉਹਦੇ ਉੱਤੇ ਬਹੁਤ ਸੋਹਣਾ ਐਲੈਬੋਰੇਸ਼ਨ ਇਹਨਾਂ ਨੇ ਦਿੱਤਾ। COP ਜਿਹੜੀ ਚੱਲ ਰਹੀ ਹੈ ਗਲਾਸਗੋ ਸਕਾਟਲੈਂਡ ਦੇ ਵਿੱਚ, ਉਹ ਕੀ ਕਰ ਰਹੀ ਹੈ, ਕੀ ਉਹਦੇ ਵਿੱਚ ਪ੍ਰੋਗਰੈਸ ਹੈ, ਉਹਦੇ ਬਾਰੇ ਜਾਣਕਾਰੀ ਦਿੱਤੀ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ, ਗੁਰਲਾਲ ਨੂੰ ਦਿਓ ਇਜਾਜ਼ਤ। ਆਪਦਾ ਪੂਰਾ ਖਿਆਲ ਰੱਖਾਂ। ਆਪਾਂ ਕਿਸੇ ਨਵੇਂ ਵਿਸ਼ੇ ਤੇ ਫਿਰ ਜੁੜਾਂਗੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।